ਉਹ ਦੇਸ਼ ਆਪਣੇ ਤੋਂ ਪੈਸੇ ਇਕੱਠੇ ਕਰਨਾ ਚਾਹੁੰਦਾ ਸੀ। ਬਟ ਅੱਜ ਸਮਾਂ ਕੀ ਆਇਆ, ਅੱਜ ਜਦੋਂ ਉਹ ਸਮਾਂ ਆਇਆ ਕਿ ਅੱਜ ਆਪਾਂ ਨੂੰ 3-4 ਸਾਲ ਉੱਥੇ ਰਹਿੰਦੇ ਨੂੰ ਹੋ ਗਏ, ਅੱਜ ਆਪਾਂ ਉੱਥੇ PR ਅਪਲਾਈ ਕਰਨੀ ਸੀ, ਹੁਣ ਉਹ ਸਮਾਂ ਆ ਗਿਆ ਸੀ ਜਦੋਂ ਆਪਾਂ ਪੈਸਾ ਕਮਾ ਕੇ ਆਪਦੇ ਮੁਲਕ 'ਚ ਵਾਪਸ ਵੀ ਭੇਜਣਾ ਸੀ। ਇਹ ਪੋਜੀਸ਼ਨ ਆਈ ਤਾਂ ਹੁਣ ਡਾਕੂਮੈਂਟੇਸ਼ਨ ਹੈ ਜਿਹੜੀ ਜੀ ਵੈਰੀਫਿਕੇਸ਼ਨ ਹੋਣੀ ਸ਼ੁਰੂ ਹੋ ਗਈ, ਤੇ ਹੁਣ ਪਤਾ ਸੀਗਾ ਕਿ ਪੈਸਾ ਬਾਹਰ ਜਾਣਾ, ਹੁਣ ਉਸੇ ਗੱਲ ਦੇ ਉੱਤੇ ਜਿਹੜੀ ਸਟ੍ਰਿਕਟਨੈਸ ਹੈ ਉਹਨੂੰ ਕਿਤੇ ਨਾ ਕਿਤੇ ਵਧਾ ਦਿੱਤਾ ਗਿਆ। ਉਹਨਾਂ ਨੂੰ ਪਤਾ ਵੀ ਇਹ ਫਰਜ਼ੀ ਕਾਗਜ਼ ਲਾ ਕੇ ਆਇਆ, ਜਦੋਂ ਆਇਆ ਸੀ ਉਦੋਂ ਪਤਾ ਸੀ ਨਾ ਮੈਨੂੰ। ਸ਼ਹਿਰੀ ਬੱਚਾ ਆ ਰਿਹਾ ਚੰਡੀਗੜ੍ਹ 'ਚ, ਚੰਡੀਗੜ੍ਹ ਦਾ ਸ਼ਹਿਰੀ ਬੱਚਾ ਆ ਰਿਹਾ ਜੀ, ਉਹ ਕਾਫੀ ਹੱਦ ਤੱਕ ਬੱਚਾ ਸਰਚ ਕਰਕੇ ਆਉਂਦਾ। ਜੇ ਮੈਂ ਪਿੰਡਾਂ ਵਾਲੇ ਦਬਕੇ ਦੀ ਪੇਂਡੂ ਮਤਲਬ ਸਟੂਡੈਂਟ ਦੀ ਗੱਲ ਕਰਾਂ ਜੀ, ਉਹ ਕਈ ਵਾਰੀ ਹਜੇ ਵੀ ਉਹ ਚੀਜ਼ ਜੀ ਸਾਨੂੰ ਦੇਖਣ ਨੂੰ ਫੇਸ ਕਰਦੇ ਹਾਂ ਅਸੀਂ ਕਿ ਉਹ ਚੰਗੀ ਤਰ੍ਹਾਂ ਪ੍ਰੋਪਰ ਤਰੀਕੇ ਨਾਲ ਰਿਸਰਚ ਕਰਕੇ ਨਹੀਂ ਆਉਂਦੇ। ਜਦੋਂ ਆਪਾਂ ਆਪਦੇ ਵੀਜ਼ੇ ਤੋਂ ਬਾਅਦ ਆਪਾਂ ਵਰਕ ਪਰਮਿਟ ਤੇ ਆ ਜਾਂਦੇ ਹਾਂ, ਵਰਕ ਪਰਮਿਟ ਤੋਂ ਬਾਅਦ ਜੇ ਆਪਾਂ ਉਸ ਵੀਜ਼ੇ ਨੂੰ ਸਵਿਚ ਕਰਾ ਕੇ ਟੀਅਰ 2 'ਚ ਚਲੇ ਜਾਈਏ, ਮਤਲਬ ਜਿਹੜੇ ਇੰਪਲੋਇਰ ਦੇ ਕੋਲੇ ਆਪਾਂ ਕੰਮ ਕਰ ਰਹੇ ਹਾਂ ਉਹ ਇੰਪਲੋਇਰ ਆਪਾਂ ਨੂੰ ਸਪਾਂਸਰਸ਼ਿਪ ਲੈਟਰ ਦੇ ਦੇਵੇ ਤਾਂ ਆਪਾਂ ਨੂੰ PR ਹੈ ਜੀ ਜਿਹੜੀ 100% ਮਿਲਦੀ ਹੈ। ਸਟੂਡੈਂਟ ਸਾਡੇ ਕੋਲ ਆਵੇ, ਸਾਡੇ ਤੋਂ ਪ੍ਰੋਪਰ ਗਾਈਡੈਂਸ ਲਵੇ ਕਿ ਕਿਵੇਂ ਮੈਂ ਪੱਕਾ ਹੋ ਸਕਦਾ। UK 'ਚ ਵੀ PR ਦੀਆਂ ਆਪਸ਼ਨਸ ਬਹੁਤ ਹੈ। ਹੁਣ ਜੇ UK ਜਾਣਾ ਹੈ, UK ਦੇ ਵਿੱਚ ਜੇ ਆਪਾਂ ਆਊਟਰ ਲੰਡਨ ਜਾਈਏ, ਆਪਾਂ ਬਰਮਿੰਗਮ ਜਾਈਏ, ਆਪਾਂ ਵੋਲਵਰਹੈਂਪਟਨ ਜਾਈਏ, ਉਹਨਾਂ ਥਾਵਾਂ ਤੇ ਕੰਪੀਟੀਸ਼ਨ ਦੀ ਕੋਈ ਦਿੱਕਤ ਨਹੀਂ ਆਉਂਦੀ ਜੀ ਖਾਸ। ਸਾਡੇ ਕੋਲ ਸਟੂਡੈਂਟ ਆਉਂਦਾ ਜੀ, ਸਾਡੇ ਕੋਲ ਐਪਲੀਕੇਸ਼ਨ ਨੂੰ ਆਪਦੀ ਲਗਾਵੇ ਚਾਹੇ ਨਾ ਲਗਾਵੇ, ਬਟ ਉਹਨੂੰ ਅਸੀਂ ਇੱਕ ਚੰਗੀ ਮਤਲਬ ਕਿ ਸਿੱਖਿਆ, ਚੰਗੀ ਗਾਈਡਲਾਈਨਸ ਦੇ ਕੇ ਭੇਜਦੇ ਹਾਂ ਕਿ ਜਿਹੜੀ ਤੇਰੀ ਪ੍ਰੋਫਾਈਲ ਹੈ, ਤੈਨੂੰ ਆਹ ਕੰਮ ਆਉਂਦਾ ਹੈ, ਜਾਂ ਮੰਨ ਲਾ ਤੂੰ ਇਸ ਵਿਸ਼ੇ ਦੇ ਵਿੱਚ ਪੜ੍ਹਿਆ ਹੋਇਆ ਤਾਂ ਤੇਰਾ ਫਿਊਚਰ ਇਸ ਜਗ੍ਹਾ ਦੇ ਉੱਤੇ ਬੈਟਰ ਹੈ। ਮੈਂ ਪਿੰਡਾਂ ਵਾਲੇ ਪਰਿਵਾਰਾਂ ਦੀ ਗੱਲ ਕਰਾਂ ਜੀ, ਬਹੁਤ ਲੋਕ ਜ਼ਮੀਨਾਂ ਵੇਚ ਕੇ ਵੀ ਜਾਂਦੇ ਆ ਜੀ, ਬੜਾ ਔਖੇ ਤਰੀਕੇ ਦੇ ਨਾਲ ਪੈਸੇ ਨੂੰ ਇਕੱਠਾ ਕਰਕੇ ਜਾਂਦੇ ਆ ਜੀ। ਮਤਲਬ ਸਟੂਡੈਂਟ ਆਪਣੇ ਮਤਲਬ ਕੰਸਲਟੈਂਟ ਤੋਂ ਪ੍ਰੋਪਰ ਇਨਫੋਰਮੇਸ਼ਨ ਲੈਂਦੇ ਹੀ ਨਹੀਂ ਕਿ ਮੇਰੀ ਯੂਨੀਵਰਸਿਟੀ ਕਿੱਥੇ ਹੈ, ਬਸ ਸਿਰਫ ਇੰਨੀ ਗੱਲ ਤੇ ਫੋਕਸ ਰੱਖਦੇ ਆ ਕਿ ਵੀਜ਼ਾ ਆ ਗਿਆ ਜੀ ਬਸ। ਕੰਸਟਰਕਸ਼ਨ ਵਾਲਿਆਂ ਦੀ ਸਭ ਤੋਂ ਵੱਧ ਡਿਮਾਂਡ ਹੈ UK 'ਚ ਹੈ। ਮਿਸਤਰੀ, ਰਾਜ ਮਿਸਤਰੀ, ਲੇਬਰ ਜਾਂ ਕੋਈ ਵੀ ਕਿਸੇ ਵੀ ਤਰ੍ਹਾਂ ਦਾ, ਚਾਹੇ ਉਹ ਟਾਈਲ ਦਾ ਮਿਸਤਰੀ ਹੈ, ਚਾਹੇ ਉਹ ਲੱਕੜ ਦਾ, ਚਾਹੇ ਸੀਲਿੰਗ ਦਾ, ਕੁਝ ਵੀ। ਮੰਨ ਲਓ ਕੋਈ ਫੈਮਿਲੀ ਹੈ, ਕੋਈ ਮਤਲਬ ਕੰਮ ਕਰਦਾ ਹੈ, ਉਹਦਾ ਬੱਚਾ ਚਾਹੁੰਦਾ ਕਿ ਮੈਂ ਇਹ ਸਾਵੇਂ ਕੰਮ 'ਚ ਜਾਣਾ, ਤਾਂ UK 'ਚ ਇਸ ਕੰਮ ਵਰਗਾ ਕਿਤੇ ਵੀ ਪੈਸਾ ਹੀ ਨਹੀਂ ਹੈ ਨੀਗਾ। ਕੇਅਰ ਟੇਕਰਸ ਦੀ ਗੱਲ ਕਰੀਏ, ਜਿਹੜੀਆਂ ਲੜਕੀਆਂ ਲੜਕੇ GNM BSc ਨਰਸਿੰਗ ਕੀਤੀ ਹੋਈ ਹੈ, ਹਸਪਿਟੈਲਿਟੀ ਜਿਹਨੂੰ ਅਸੀਂ ਕਹਿੰਦੇ ਨੇ, ਹਾਂਜੀ, ਜੋ ਹਸਪੀਟਲ ਦੇ ਵਿੱਚ ਮਤਲਬ ਐਕਸਪੀਰੀਅੰਸ ਆ, ਤਜਰਬੇਕਾਰ ਲੋਕ ਹੈ, ਉਹਨਾਂ ਦੀ UK 'ਚ ਡਿਮਾਂਡ ਹੈ। UK ਤੇ ਕੈਨੇਡਾ ਦੀ PR 'ਚ ਫਰਕ ਕੀ ਹੈ? ਕੈਨੇਡਾ ਦੇ ਵਿੱਚ PR ਹਰ ਜਗ੍ਹਾ ਤੇ ਸੌਖੀ ਮਿਲ ਜਾਂਦੀ ਹੈ। ਜਿਹੜਾ ਬੱਚਾ ਜਾ ਕੇ ਕੰਮ ਕਰਨ ਦੀ ਪਾਵਰ ਰੱਖਦਾ ਜੀ, ਇਹ ਸੋਚਦਾ ਕਿ ਮੈਂ ਆਪਦੇ ਘਰਦਿਆਂ ਦੇ ਯਾਰ ਇੰਨੇ ਪੈਸੇ ਲਾ ਕੇ ਗਿਆ, ਮੈਂ ਕੰਮ ਕਰਨਾ, ਮੈਂ ਸਕਿੱਲ ਲੈਣੀ ਹੈ, ਮੈਂ ਕੁਝ ਸਿੱਖਣਾ, ਉਹ ਬੰਦੇ ਨੂੰ 100% PR ਮਿਲਦੀ ਹੈ। ਜਿੱਥੇ ਨੌਲੇਜ ਮਿਲ ਰਹੀ ਹੈ ਉਸ ਦਫ਼ਤਰ 'ਚ ਜਾਈਏ, ਉਸ ਥਾਂ ਤੇ ਨਾ ਜਾਈਏ ਕਿ ਹਾਂਜੀ ਭਾਈ ਤੂੰ ਆ ਗਿਆ, ਤੇਰਾ ਵੀਜ਼ਾ ਲੱਗ ਜਾਊਗਾ। ਸਾਡੇ ਕੋਲੋਂ ਚਾਹੇ ਬਿਲਕੁਲ ਵੀ ਆਪਦੀ ਐਪਲੀਕੇਸ਼ਨ ਨਾ ਲਵਾਓ, ਸਾਨੂੰ ਕਾਲ ਕਰਕੇ ਜਾਂ ਸਾਡੇ ਆਫਿਸ ਦੇ ਵਿੱਚ ਪਹੁੰਚ ਕੇ ਇੱਕ ਚੰਗੀ ਇਨਫੋਰਮੇਸ਼ਨ ਲੈ ਜਾਓ। 100 ਦੀ ਥਾਂ ਤੇ 10 ਵੀਜ਼ੇ ਲਵਾ ਲਈਏ, ਪਰ ਸੱਚੀਆਂ ਗੱਲਾਂ ਦੇ ਉੱਤੇ ਜੀ ਆਧਾਰਿਤ ਹੋਏ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ TV ਤੇ ਮੈਂ ਹਾਂ ਸੁਰਖਾਬ। ਦੋਸਤੋ, 700 ਵਿਦਿਆਰਥੀਆਂ ਦੀ ਗੱਲ ਕਰ ਲਈਏ, 700 ਨੌਜਵਾਨਾਂ ਦੀ ਗੱਲ ਕਰ ਲਈਏ ਜੋ ਵਿਦੇਸ਼ ਗਏ, ਇੱਥੋਂ ਬਹੁਤ ਸਾਰੇ ਸੁਪਨੇ ਇਕੱਠੇ ਕਰਕੇ ਲੈ ਕੇ ਗਏ ਤੇ ਉੱਥੇ ਹੌਲੀ ਹੌਲੀ ਉਹ ਸੁਪਨੇ ਪੂਰੇ ਕਰਦੇ ਹੋਏ ਨਜ਼ਰ ਵੀ ਆਉਂਦੇ ਸੀ, ਪਰ ਅਚਾਨਕ ਉਹਨਾਂ ਨੂੰ ਡਿਪੋਰਟ ਕੀਤੇ ਜਾਣ ਦੀ ਖਬਰ ਸਾਹਮਣੇ ਆਉਂਦੀ ਹੈ। ਤਾਂ ਅਸੀਂ ਕਹਿ ਦਈਏ ਕਿ ਉਹ ਸਾਰੇ ਸੁਪਨੇ ਟੁੱਟ ਚੁੱਕੇ ਨੇ, ਚਕਨਾਚੂਰ ਹੋ ਚੁੱਕੇ ਨੇ। ਪਰ ਇਸ ਦੇ ਨਾਲ ਹੁਣ ਪੰਜਾਬ ਦੇ ਵਿੱਚ ਉਹਨਾਂ ਲੋਕਾਂ ਦੇ, ਉਹਨਾਂ ਵਿਦਿਆਰਥੀਆਂ ਦੇ, ਉਹਨਾਂ ਨੌਜਵਾਨਾਂ ਦੇ ਮਨਾਂ ਵਿੱਚ ਇੱਕ ਬਹੁਤ ਵੱਡਾ ਡਰ ਬੈਠ ਗਿਆ ਹੈ ਕਿ ਜਿਨ੍ਹਾਂ ਨੇ ਹੁਣ ਵਿਦੇਸ਼ ਜਾਣਾ ਹੈ, ਕਿਤੇ ਅਸੀਂ ਵੀ ਉਹ ਗਲਤੀ ਤਾਂ ਨਹੀਂ ਕਰ ਰਹੇ ਜੋ ਉਹਨਾਂ ਵਿਦਿਆਰਥੀਆਂ ਨੇ ਕੀਤੀ, ਕਿ ਸਾਡੀ ਵਾਲੀ ਫਾਈਲ ਦੇ ਵਿੱਚ ਵੀ ਕਾਗਜ਼ ਉਹ ਜਤਨ ਲੱਗਿਆ ਹੋਇਆ ਜਿਨ੍ਹਾਂ ਕਰਕੇ PR ਮਿਲਣੀ ਔਖੀ ਹੋ ਗਈ, ਜਾਂ ਸੁਪਨੇ ਜਿਹੜੇ ਆ ਉਹ ਟੁੱਟ ਰਹੇ ਨੇ। ਹਾਲਾਂਕਿ ਇਹ ਬਹੁਤ ਸਾਰੇ ਸਵਾਲ ਨੇ, ਪਰ ਇਹਨਾਂ ਸਵਾਲਾਂ ਦਾ ਜਵਾਬ ਜਿਹੜਾ ਕਿ ਲੈਣਾ ਬਹੁਤ ਜ਼ਰੂਰੀ ਹੈ ਤੇ ਇਨਫੋਰਮੇਸ਼ਨ ਤੁਹਾਨੂੰ ਜਾਣਕਾਰੀ ਜਿਹੜੀ ਦੇਣੀ ਆ ਉਹ ਬਹੁਤ ਜ਼ਰੂਰੀ ਹੈ। ਨਵਰੀਤ ਬਾਈ ਆ, ਵੀਜ਼ਾ ਪੁਆਇੰਟ ਕੰਸਲਟੈਂਟ ਮੇਰੇ ਨਾਲ ਨੇ। ਤੇ ਜੇਕਰ ਅਸੀਂ ਸਟੱਡੀ ਵੀਜ਼ਾ ਦੀ ਗੱਲ ਕਰ ਲਈਏ ਤਾਂ ਪੰਜਾਬ ਦੇ ਵਿੱਚ ਸਰਕਾਰ ਵੱਲੋਂ ਵੀ ਸਨਮਾਨਿਤ ਕੀਤਾ ਗਿਆ, ਸਰਵੋਤਮ ਨੇ, ਬੈਸਟ ਨੇ। ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰਾਨਾ ਜੀ, ਤੁਸੀਂ ਇਸ ਮੰਚ ਤੇ ਸੱਦਾ ਦਿੱਤਾ ਜੀ। ਨਵਰੀਤ ਜੀ, ਜਦੋਂ ਅਸੀਂ ਬਾਹਰ ਜਾਣ ਦੀ ਗੱਲ ਕਰਦੇ ਹਾਂ, ਵਿਦੇਸ਼ ਜਾਣ ਦੀ ਗੱਲ ਕਰਦੇ ਹਾਂ, ਸਿੱਧੇ ਤੌਰ ਤੇ ਸਾਡੇ ਲੋਕਾਂ ਦਾ ਜਾਂ ਸਾਡੇ ਨੌਜਵਾਨਾਂ ਦਾ ਇਹ ਹੁੰਦਾ ਕਿ ਬਾਹਰ ਜਾ ਕੇ ਬਹੁਤ ਸਾਰੇ ਸੁਪਨੇ ਉਹ ਪੂਰੇ ਕਰਨੇ ਆ, ਭਵਿੱਖ ਬਣਾਉਣਾ ਹੈ। ਬਿਲਕੁਲ। ਪਰ ਜਦੋਂ ਹੁਣ ਉਹਨਾਂ ਹੀ ਭਵਿੱਖ ਦੇ ਉੱਪਰ ਡਿਪੋਰਟ ਦਾ ਥੱਪਾ ਲੱਗਦਾ ਹੋਵੇ ਜਾਂ ਡਿਪੋਰਟ ਦੇ ਬੱਦਲ ਛਾ ਜਾਣ ਤਾਂ ਡਰ ਤਾਂ ਜ਼ਰੂਰ ਲੱਗਦਾ ਆ, ਤਾਂ ਕਿਤੇ ਨਾ ਕਿਤੇ ਦੁਕਾਨਦਾਰੀਆਂ ਬੰਦ ਹੋਣ ਦਾ ਡਰ ਵੀ ਹੈ। ਬਿਲਕੁਲ ਜੀ, ਬਿਲਕੁਲ। ਕਿਵੇਂ ਹੁਣ ਦੇਖਿਆ ਜਾਵੇ, ਕਿਵੇਂ ਇਸ ਚੀਜ਼ ਨੂੰ ਬਰਦਾਸ਼ਤ ਕੀਤਾ ਜਾਵੇ? ਸਭ ਤੋਂ ਵੱਡੀ ਗੱਲ ਇਹ ਹੈ ਕਿ ਨੌਜਵਾਨ ਆਪਦੇ ਆਪ ਨੂੰ ਇਸ ਦਲਦਲ ਚੋਂ ਕਿਵੇਂ ਕੱਢਣਾ? ਬਿਲਕੁਲ ਜੀ। ਸਭ ਤੋਂ ਪਹਿਲਾਂ ਤਾਂ ਜੀ ਇਸ ਗੱਲ ਨੂੰ ਦੇਖਣ ਦੀ ਲੋੜ ਹੈ ਕਿ ਜੇ ਆਪਾਂ ਗੱਲ ਪਹਿਲਾਂ ਪੁਰਾਣਿਆਂ ਦੀ ਕਰ ਲੈਂਦੇ ਆ ਜੀ, ਜਿਹੜਾ 700 ਬੱਚਾ ਡਿਪੋਰਟ ਹੋਣ ਜਾ ਰਿਹਾ ਜੀ, ਹੈ ਨਾ, ਸਭ ਤੋਂ ਪਹਿਲਾਂ ਆਪਾਂ ਉਹਨਾਂ ਦੀ ਗੱਲ ਕਰ ਲੈਂਦੇ ਹਾਂ ਜੀ। ਦੇਖੋ, ਜਿਹੜਾ ਸਮਾਂ ਸੀਗਾ, ਮਤਲਬ ਆਪਾਂ ਜੇ ਕੈਨੇਡਾ ਸਰਕਾਰ ਦੀ ਗੱਲ ਕਰੀਏ, ਕਿਸੇ ਵੀ ਮਤਲਬ ਇਮੀਗ੍ਰੇਸ਼ਨ ਦੀ ਗੱਲ ਕਰੀਏ, ਉਹ ਉਦੋਂ ਉਹ ਸਮਾਂ ਸੀਗਾ ਕਿ ਜਦੋਂ ਉਹਨਾਂ ਨੇ ਆਪਣੇ ਤੋਂ ਪੈਸੇ ਲੈਣੇ ਸੀਗੇ ਜੀ, ਆਪਣੇ ਤੋਂ ਪੈਸਾ ਇਕੱਠਾ ਕਰਨਾ ਸੀਗਾ। ਆਪਾਂ ਕੋਈ ਵੀ ਡਾਕੂਮੈਂਟੇਸ਼ਨ ਦੇਤੇ, ਕਿਸੇ ਨੇ ਫੇਕ ਡਾਕੂਮੈਂਟ ਦੇਤੇ, ਕਿਸੇ ਬੱਚੇ ਨੇ ਆਪ ਤਿਆਰ ਕਰ ਲਏ, ਕਿਸੇ ਕੰਸਲਟੈਂਟ ਨੇ ਕਰ ਲਏ, ਆਪਾਂ ਉਸ ਗੱਲ ਤੇ ਨਹੀਂ ਜਾਂਦੇ।
ਬੱਚੇ ਦਾ ਵੀਜ਼ਾ ਲੱਗ ਗਿਆ, ਮਤਲਬ ਕੀ ਸੀਗਾ ਉਦੋਂ ਉਹ ਕੰਟਰੀ ਉਹ ਦੇਸ਼ ਆਪਣੇ ਤੋਂ ਪੈਸੇ ਇਕੱਠੇ ਕਰਨਾ ਚਾਹੁੰਦਾ ਸੀ, ਬਟ ਅੱਜ ਸਮਾਂ ਕੀ ਆਇਆ, ਅੱਜ ਜਦੋਂ ਉਹ ਸਮਾਂ ਆਇਆ ਕਿ ਅੱਜ ਆਪਾਂ ਨੂੰ 3-4 ਸਾਲ ਉੱਥੇ ਰਹਿੰਦੇ ਨੂੰ ਹੋ ਗਏ, ਅੱਜ ਆਪਾਂ ਉੱਥੇ PR ਅਪਲਾਈ ਕਰਨੀ ਸੀ, ਹੁਣ ਉਹ ਸਮਾਂ ਆ ਗਿਆ ਸੀ ਜਦੋਂ ਆਪਾਂ ਪੈਸਾ ਕਮਾ ਕੇ ਆਪਦੇ ਮੁਲਕ 'ਚ ਵਾਪਸ ਵੀ ਭੇਜਣਾ ਸੀ, ਹਨਾ। ਇਹ ਵੀ ਰੀਤ ਹੈ ਕਿ ਆਪਣੇ ਜਦੋਂ ਬੱਚੇ ਜਾਂਦੇ ਆ ਕਦੇ ਨਾ ਕਦੇ ਆਪਣੇ ਜਿਹੜਾ ਪੇਬੈਕ ਹੋਣਾ ਹੀ ਹੋਣਾ ਜੀ। ਹੁਣ ਜਦੋਂ ਮਤਲਬ ਕਿ ਇਹ ਪੋਜੀਸ਼ਨ ਆਈ ਤਾਂ ਹੁਣ ਡਾਕੂਮੈਂਟੇਸ਼ਨ ਹੈ ਜਿਹੜੀ ਜੀ ਵੈਰੀਫਿਕੇਸ਼ਨ ਹੋਣੀ ਸ਼ੁਰੂ ਹੋ ਗਈ, ਤੇ ਹੁਣ ਪਤਾ ਸੀਗਾ ਕਿ ਪੈਸਾ ਬਾਹਰ ਜਾਣਾ, ਹੁਣ ਉਸੇ ਗੱਲ ਦੇ ਉੱਤੇ ਜਿਹੜੀ ਸਟ੍ਰਿਕਟਨੈਸ ਹੈ ਉਹਨੂੰ ਕਿਤੇ ਨਾ ਕਿਤੇ ਵਧਾ ਦਿੱਤਾ ਗਿਆ। ਪਰ ਮੈਂ ਇੱਥੇ ਇੱਕ ਸਵਾਲ ਹੈ, ਤੁਸੀਂ ਕਹਿ ਰਹੇ ਹੋ ਕਿ ਹੁਣ ਜਦੋਂ ਪੈਸਾ ਬਾਹਰ ਜਾਣਾ ਸੀ ਉਦੋਂ ਸਖਤਾਈ ਵਧਾਤੀ, ਇਹਦਾ ਮਤਲਬ ਅਸੀਂ ਇਹ ਮੰਨ ਲਈਏ ਸ਼ੱਕ ਸ਼ਕੂਬਾ ਕਿਤੇ ਨਾ ਕਿਤੇ ਹੈਗਾ ਕਿ ਜਿਹੜੇ ਉੱਥੇ ਏਜੰਸੀਆਂ 'ਚ ਜਾਂ ਜਿਹੜੇ ਐਮਬੈਸੀਆਂ 'ਚ ਬੈਠੇ ਨੇ ਉਹਨਾਂ ਨੂੰ ਪਤਾ ਵੀ ਇਹ ਫਰਜ਼ੀ ਕਾਗਜ਼ ਲਾ ਕੇ ਆਇਆ, ਜਦੋਂ ਆਇਆ ਸੀ ਉਦੋਂ ਪਤਾ ਸੀ ਨਾ। ਮਤਲਬ ਦੇਖੋ ਜੀ ਕਿਤੇ ਨਾ ਕਿਤੇ ਦੇਖੋ ਜੀ, ਦੇਖੋ ਇਸ ਗੱਲ ਤੇ ਅਵੇਅਰ ਹੋਣਾ ਚਾਹੀਦਾ ਜੀ, ਸਟੂਡੈਂਟ ਨੂੰ ਵੀ ਸਭ ਤੋਂ ਪਹਿਲਾਂ ਅਵੇਅਰ ਹੋਣਾ ਚਾਹੀਦਾ ਕਿ ਜਿਹੜੀ ਮੇਰੀ ਫਾਈਲ 'ਚ ਡਾਕੂਮੈਂਟੇਸ਼ਨ ਲੱਗੀ ਹੈ ਉਹ ਬਿਲਕੁਲ ਜੈਨੂਇਨ ਹੈ। ਦੇਖੋ ਕੋਈ ਕੰਸਲਟੈਂਟ ਵੀ ਇਕੱਲਾ ਇਸ ਚੀਜ਼ ਦਾ ਜ਼ਿੰਮੇਵਾਰ ਨਹੀਂ ਹੈ, ਕੋਈ ਬੱਚਾ ਵੀ ਇਸ ਗੱਲ ਦਾ ਜ਼ਿੰਮੇਵਾਰ ਨਹੀਂ ਹੈ, ਕਿਤੇ ਬੱਚਾ ਜ਼ਿੰਮੇਵਾਰ ਹੈ, ਕਿਤੇ ਕੰਸਲਟੈਂਟ ਜ਼ਿੰਮੇਵਾਰ ਹੈ। ਕਿਤੇ ਕਿਸੇ ਕੇਸ ਦੇ ਵਿੱਚ ਕੀ ਹੁੰਦਾ ਜੀ, ਬੱਚੇ ਕਿਸੇ ਕੰਸਲਟੈਂਟ ਦੇ ਆਫਿਸ 'ਚ ਜਾਂਦੇ ਆ, ਮੈਨੂੰ ਤਾਂ ਜੀ ਬਾਹਰ ਭੇਜ ਦਿਓ ਸਿਰਫ, ਉਹਨਾਂ ਨੇ ਕੋਈ ਜਾਣਕਾਰੀ ਨਹੀਂ ਲੈਣੀ ਕਿ ਮੈਂ ਕਿਹੜੇ ਕਾਲਜ 'ਚ ਚੱਲਿਆ, ਇਹ ਜਿਹੜੇ ਮੈਂ ਕੋਰਸ ਜਾਂ ਕਾਲਜ 'ਚ ਚੱਲਿਆ ਕੀ ਮੈਂ ਇਹਦੀ ਐਂਟਰੀ ਰਿਕੁਆਇਰਮੈਂਟਸ ਪੂਰੀਆਂ ਕਰਦਾ। ਸਭ ਤੋਂ ਪਹਿਲਾਂ ਜੀ ਲੋਕਾਂ ਨੂੰ ਅਵੇਅਰ ਹੋਣ ਦੀ ਲੋੜ ਹੈ, ਮਤਲਬ ਆਪਾਂ ਆਪਦੀ ਜਿਹੜੀ ਪ੍ਰੋਫਾਈਲ ਹੈ ਉਹਦੇ ਹਿਸਾਬ ਨਾਲ ਆਪਾਂ ਆਪਦਾ ਕੋਰਸ, ਆਪਦਾ ਕਾਲਜ ਤੇ ਕੰਟਰੀ ਉਹਨੂੰ ਸਿਲੈਕਟ ਕਰੀਏ, ਹਨਾ। ਜੇ ਆਪਾਂ ਸਾਰੀ ਚੀਜ਼ ਨੂੰ ਠੀਕ ਕਰ ਲਾਂਗੇ ਜੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਗੱਲਾਂ ਤੋਂ ਬਚਿਆ ਜਾ ਸਕਦਾ। ਤੁਸੀਂ ਕਹਿ ਰਹੇ ਹੋ ਵੀ ਚਲੋ ਏਜੰਟ ਦੀ ਵੀ ਗਲਤੀ ਨਹੀਂ ਹੈ, ਬਰਾਬਰ ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ, ਪਰ ਇੱਥੇ ਏਜੰਟ ਵੱਲੋਂ ਗੁੰਮਰਾਹ ਵੀ ਤਾਂ ਕੀਤਾ ਜਾਂਦਾ ਹੈ ਨਾ। ਜੇਕਰ ਆ ਕੇ ਕੋਈ ਵਿਦਿਆਰਥੀ ਇਹ ਗੱਲ ਕਹਿ ਰਿਹਾ ਹੈ ਵੀ ਬਈ ਮੈਨੂੰ ਬਾਹਰ ਭੇਜ ਦਿਓ, ਪੈਸਾ ਜਿੰਨਾ ਲੱਗੂਗਾ, ਏਜੰਟ ਨੇ ਮੋਟੀ ਫੀਸ ਵੀ ਲੈਣੀ ਹੈ ਤੇ ਕਾਗਜ਼ ਵੀ ਆਪਦੇ ਪੱਲੋਂ ਲਾਉਣੇ ਆ। ਬਿਲਕੁਲ ਜੀ ਇਹ ਗੱਲ ਹੈਗੀ ਹੈ ਜੀ, ਕਿਤੇ ਨਾ ਕਿਤੇ ਇਸ ਗੱਲ ਤੋਂ ਬਚਣਾ ਚਾਹੀਦਾ ਜੀ। ਮੈਂ ਕੰਸਲਟੈਂਟ ਭਰਾਵਾਂ ਨੂੰ ਵੀ ਇਸ ਗੱਲ ਦੀ ਮਤਲਬ ਬੇਨਤੀ ਕਰਦਾ ਕਿ ਵੀ ਜਿਹੜਾ ਦੇਖੋ ਮਤਲਬ ਬਦਨਾਮੀ ਹੈ ਜੀ, ਉਹ ਚੰਗੇ ਮਾੜੇ ਜਦੋਂ ਇਦਾਂ ਦੀ ਕੋਈ ਗੱਲ ਆਉਂਦੀ ਹੈ ਜੀ, ਚੰਗਾ ਮਾੜਾ ਹਰ ਬੰਦੇ ਬਦਨਾਮ ਹੋ ਜਾਂਦਾ। ਇਸ ਗੱਲ ਨੂੰ ਜੀ ਕੰਸਲਟੈਂਟ ਭਰਾਵਾਂ ਨੂੰ ਵੀ ਬੇਨਤੀ ਹੈ, ਬੱਚਿਆਂ ਨੂੰ ਵੀ ਬੇਨਤੀ ਹੈ ਕਿ ਆਪਾਂ ਵੱਧ ਤੋਂ ਵੱਧ ਜੀ ਇਸ ਚੀਜ਼ ਨੂੰ ਸਰਚ ਕਰੀਏ, ਸਰਵੇ ਕਰੀਏ ਕਿ ਆਪਾਂ ਮਤਲਬ ਸਹੀ ਥਾਂ ਤੇ ਜਾ ਰਹੇ ਹਾਂ। ਪੰਜਾਬ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਕੰਸਲਟੈਂਟ ਨੇ ਜੀ, ਉਦਾਂ ਦੇ ਆਪਾਂ ਆਫਿਸ 'ਚ ਜਾ ਕੇ ਅਪਲਾਈ ਕਰੀਏ, ਚੰਗੀ ਤਰ੍ਹਾਂ ਆਪਾਂ ਗੱਲ ਨੂੰ ਸਮਝੀਏ ਕਿ ਆਹ ਜਿਹੜੀ ਕੰਟਰੀ ਹੈ ਮੇਰੀ ਪ੍ਰੋਫਾਈਲ ਦੇ ਹਿਸਾਬ ਨਾਲ ਜਾਂ ਆਹ ਕਾਲਜ ਯੂਨੀਵਰਸਿਟੀ ਮਤਲਬ ਮੈਨੂੰ ਮੇਰੀ ਪ੍ਰੋਫਾਈਲ ਦੇ ਹਿਸਾਬ ਨਾਲ ਮੈਨੂੰ ਅਲਾਓ ਕਰਦੀ ਹੈ ਜੀ। ਫਿਰ ਇਹ ਗੱਲਾਂ ਦਾ ਜੀ ਆਪਾਂ ਆਉਣ ਵਾਲੇ ਸਮੇਂ 'ਚ ਬਚਿਆ ਜਾ ਸਕਦਾ। ਤੁਸੀਂ ਜੋ ਬਾਈ ਸਾਹਿਬ ਗੱਲ ਕਰਦੇ ਹੋ ਕਿ ਨੌਜਵਾਨ ਆ ਕੇ ਕਹਿੰਦਾ ਜਾਂ ਪਰਿਵਾਰ ਆ ਕੇ ਕਹਿੰਦਾ ਨਾਲ ਆਉਂਦਾ ਭੇਜ ਦਿਓ ਯਾਰ, ਜੋ ਮਰਜ਼ੀ ਭੇਜ ਦਿਓ, ਠੀਕ ਆ ਭੇਜ ਦਿਓ, ਪਰ ਮੈਨੂੰ ਨਹੀਂ ਲੱਗਦਾ ਅੱਜ ਕੱਲ ਦਾ ਜਿਹੜਾ ਯੂਥ ਹੈ ਅੱਜ ਕੱਲ ਦੇ ਸਮੇਂ 'ਚ, ਹੋ ਸਕਦਾ ਅੱਜ ਤੋਂ 8-7-10 ਸਾਲ ਪਹਿਲਾਂ ਚੀਜ਼ਾਂ ਹੁੰਦੀਆਂ ਹੁਣ, ਅੱਜ ਕੱਲ ਤਾਂ ਬਹੁਤ ਸਾਰੀਆਂ ਜਾਣਕਾਰੀ ਵੈਸੇ ਇੰਟਰਨੈਟ ਤੇ ਪਈ ਹੈ, ਅਗਲਾ ਬੱਚਾ ਪੜ੍ਹ ਕੇ ਆਉਂਦਾ, ਅੱਜ ਕੱਲ ਤਾਂ ਆਪਸ਼ਨ ਨਹੀਂ ਬਚਦੀ ਹੋਣੀ ਕੰਸਲਟੈਂਟ ਕੋਲ ਵੀ ਉਹਨੂੰ ਗੁੰਮਰਾਹ ਕਰ ਸਕੇ। ਨਹੀਂ ਹਾਂ ਇਹ ਗੱਲ ਹੈਗੀ ਹੈ ਜੀ, ਕੁਛ ਨਾ ਕੁਛ ਜਿਹੜਾ ਸ਼ਹਿਰੀ ਬੱਚਾ ਹੈ, ਜੇ ਮੈਂ ਸ਼ਹਿਰ ਦੀ ਗੱਲ ਕਰਾਂ ਜੀ, ਮੰਨ ਲਓ ਬਠਿੰਡਾ ਸਾਡਾ ਆਫਿਸ ਹੈ, ਸ਼ਹਿਰੀ ਬੱਚਾ ਆ ਰਿਹਾ, ਚੰਡੀਗੜ੍ਹ 'ਚ ਹੈ, ਚੰਡੀਗੜ੍ਹ ਦਾ ਸ਼ਹਿਰੀ ਬੱਚਾ ਆ ਰਿਹਾ ਜੀ, ਉਹ ਕਾਫੀ ਹੱਦ ਤੱਕ ਬੱਚਾ ਸਰਚ ਕਰਕੇ ਆਉਂਦਾ। ਜੇ ਮੈਂ ਪਿੰਡਾਂ ਵਾਲੇ ਦਬਕੇ ਦੀ ਪੇਂਡੂ ਮਤਲਬ ਸਟੂਡੈਂਟ ਦੀ ਗੱਲ ਕਰਾਂ ਜੀ, ਉਹ ਕਈ ਵਾਰੀ ਹਜੇ ਵੀ ਉਹ ਚੀਜ਼ ਜੀ ਸਾਨੂੰ ਦੇਖਣ ਨੂੰ ਫੇਸ ਕਰਦੇ ਹਾਂ ਅਸੀਂ ਕਿ ਉਹ ਚੰਗੀ ਤਰ੍ਹਾਂ ਪ੍ਰੋਪਰ ਤਰੀਕੇ ਨਾਲ ਰਿਸਰਚ ਕਰਕੇ ਨਹੀਂ ਆਉਂਦੇ। ਕਈ ਵਾਰੀ ਕੀ ਹੁੰਦਾ ਕਿ ਮੰਨ ਲਓ ਕੈਨੇਡਾ ਜੀ, ਹੁਣ ਆਪਾਂ ਕੈਨੇਡਾ ਦੇ ਵਿੱਚ ਜੇ ਕੰਮ ਦੀ ਗੱਲ ਕਰੀਏ, ਹੁਣ ਸਭ ਬੱਚਿਆਂ ਨੂੰ ਪਤਾ ਹੈ ਕਿ ਵੀ ਟੋਰਾਂਟੋ ਦੇ ਵਿੱਚ ਜਾਂ ਜਿਹੜਾ ਮਤਲਬ ਇਹ ਏਰੀਆ ontario ਦਾ, ਤੇ ਇੱਥੇ ਬੱਚਾ ਬਹੁਤ ਜਾ ਚੁੱਕਿਆ, ਕੱਲ ਨੂੰ ਕੰਮ ਦੀਆਂ ਪ੍ਰੋਬਲਮਾਂ ਆਉਣੀਆਂ ਨੇ, ਬਟ ਫਿਰ ਵੀ ਆਪਣੇ ਬੱਚੇ ਕਿ ਮੇਰਾ ਜੀ ਰਿਸ਼ਤੇਦਾਰ ਉੱਥੇ ਹੈ, ਮੇਰੇ ਮਾਮਾ ਜੀ ਦਾ ਬੇਟਾ ਉੱਥੇ ਹੈ, ਮੈਂ ਟੋਰਾਂਟੋ ਹੀ ਜਾਣਾ। ਇਹ ਚੀਜ਼ਾਂ ਨੂੰ ਜੀ ਆਪਾਂ ਨੂੰ ਹੁਣ ਇਹਨਾਂ ਗੱਲਾਂ ਤੋਂ ਅਵੇਅਰ ਹੋਣ ਦੀ ਲੋੜ ਹੈ ਕਿ ਆਪਾਂ ਚੰਗੇ ਤਰੀਕੇ ਨਾਲ ਸਰਵੇ ਕਰਕੇ ਹੀ ਆਪਦਾ ਅਪਲਾਈ ਕਰੀਏ। ਬਾਈ ਸਾਹਿਬ ਕੈਨੇਡਾ ਦੀ ਗੱਲ ਕਰ ਰਹੇ ਆ, ਕੈਨੇਡਾ ਮੌਂਟਰੀਅਲ ਦੇ ਕਾਲਜ ਬੰਦ ਹੋਏ, ਬਹੁਤ ਸਾਰੇ ਜਵਾਕਾਂ ਦੀਆਂ ਫੀਸਾਂ ਅੜ ਗਈਆਂ, ਫਿਰ ਉਦੋਂ ਬਾਅਦ ਕੋਵਿਡ ਤੋਂ ਪਹਿਲਾਂ ਦੇ ਹਾਲਾਤ ਅਸੀਂ ਦੇਖੇ ਕੈਨੇਡਾ ਦੇ ਵਿੱਚ ਕਿਸ ਤਰੀਕੇ ਦੇ ਨਾਲ ਹੋਏ। ਤੁਸੀਂ ਗੱਲ ਕਰ ਰਹੇ ਹੋ ਜਿਸ ਤਰੀਕੇ ਦੇ ਨਾਲ ਹੁਣ ਕਿ ਕੈਨੇਡਾ ਦੇ ਵਿੱਚ ontario ਦੇ ਵਿੱਚ ਇਸ ਤਰੀਕੇ ਨਾਲ ਲੋਕ ਚਲੇ ਗਏ, ਉੱਥੇ ਪੰਜਾਬੀ ਇੰਨਾ ਇਕੱਠਾ ਹੋ ਗਿਆ, ਉੱਥੇ ਕੰਮ ਨਹੀਂ ਮਿਲ ਰਿਹਾ। ਫਿਰ ਵੀ ਹਾਲਾਂਕਿ ਕੈਨੇਡਾ ਇੱਕ ਸਮੇਂ ਬੰਦ ਵੀ ਰਹਿੰਦਾ ਠੰਡ ਦੌਰਾਨ, ਉਹਦਾ ਕੰਮ ਨਹੀਂ ਮਿਲਦਾ, ਤੇ ਮੌਜੂਦਾ 700 ਬੱਚਾ ਡਿਪੋਰਟ ਹੁੰਦਾ ਨਜ਼ਰ ਆ ਰਿਹਾ ਹੈ। ਇਹਨਾਂ ਸਾਰੀਆਂ ਚੀਜ਼ਾਂ ਦੇ ਬਾਅਦ ਵੀ ਹਜੇ ਵੀ ਏਜੰਟ ਕਹਿ ਦਿੰਦੇ ਨੇ ਕੈਨੇਡਾ ਚੱਲੋ, ਕੈਨੇਡਾ ਚੱਲੋ। ਇਹ ਕਿਤੇ ਨਾ ਕਿਤੇ ਹਜੇ ਵੀ ਲੱਗਦਾ ਹੈ ਵੀ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ, ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਹੈ। ਨਹੀਂ ਇੱਥੇ ਨਾ ਜੀ ਆਪਾਂ ਮਤਲਬ ਗੁੰਮਰਾਹ ਸ਼ਬਦ ਨਹੀਂ ਵਰਤ ਸਕਦੇ। ਇੱਥੇ ਨਾ ਆਪਣੇ ਕੀ ਹੈਗਾ, ਆਪਣੇ ਮਤਲਬ ਕਿ ਜਿਹੜੀ ਫਸਟ ਪ੍ਰਾਇੋਰਟੀ ਹੈ ਜੀ ਉਹ ਕੈਨੇਡਾ ਹੈ। ਹਰ ਬੱਚੇ ਨੇ ਜਿਹਨੇ ਸੋਚਿਆ ਕਿ ਮੈਂ ਬਾਹਰ ਜਾ ਕੇ ਪੜ੍ਹਨਾ, ਏਜੰਟਾਂ ਵੱਲੋਂ ਬਣਾਇਆ ਗਿਆ, ਬਾਹਰ ਜਾ ਕੇ ਸੈਟਲ, ਹਾਂਜੀ ਇਹ ਬਣਾਈ ਹੋਈ ਸੌਖਾ ਸੀ ਏਜੰਟਾਂ ਨੂੰ ਸ਼ਾਇਦ ਇਹ ਚੀਜ਼ ਕੰਮ ਕਰਨਾ ਸੌਖਾ ਸੀ ਜੀ। ਦੇਖੋ ਨਾ ਤਾਂ ਕੋਈ ਫੰਡ ਲੱਗਣੇ ਹੈ, ਨਾ ਕਿਸੇ ਤਰ੍ਹਾਂ ਦੀ ਬਾਹਲੀ ਡਾਕੂਮੈਂਟੇਸ਼ਨ ਲੱਗਣੀ ਹੈ, ਸਿੱਧਾ ਅਪਲਾਈ ਕਰਨਾ, ਆਫਰ ਲੈਟਰ, ਬੱਚੇ ਦੀ ਫੀਸ ਭਰਾਈ ਤੇ GIC ਭਰਾਇਆ, PR ਵੀ ਸੌਖੀ ਮਿਲ ਜਾਂਦੀ ਸੀ, ਫਾਈਲ ਲੱਗ ਗਈ ਜੀ, PR ਵੀ ਸੌਖੀ, ਬੱਚੇ ਦਾ ਵੀ ਫਾਇਦਾ ਸੀ ਤੇ ਕਿਤੇ ਨਾ ਕਿਤੇ ਕੰਸਲਟੈਂਟ ਦਾ ਫਾਇਦਾ ਸੀ। ਹੁਣ ਜੇਕਰ ਆਪਾਂ ਕਿਸੇ ਦੂਜੀਆਂ ਕੰਟਰੀਜ਼ ਦੀ ਗੱਲ ਕਰਦੇ ਹਾਂ, UK ਦੀ ਗੱਲ ਕਰਦੇ ਹਾਂ, ਆਸਟ੍ਰੇਲੀਆ ਦੀ ਗੱਲ ਕਰਦੇ ਹਾਂ, ਉਹਦੇ ਲਈ ਜੀ ਪ੍ਰੋਪਰ ਤੁਹਾਨੂੰ ਇੱਕ ਟੀਮ ਚਾਹੀਦੀ ਹੈ, ਉਹ 'ਚ ਫੰਡਿੰਗ ਵੀ ਲੱਗਣੀ ਹੈ, ਉਹ 'ਚ ਡਾਕੂਮੈਂਟੇਸ਼ਨ ਬਹੁਤ ਜ਼ਿਆਦਾ ਲੱਗਣੀ ਹੈ, ਉਹ 'ਚ ਫਾਈਨੈਂਸ਼ੀਅਲ ਡਾਕੂਮੈਂਟਸ ਹੋਰ ਜਿਵੇਂ ITR ਐਂਡ ਆਲ ਲੱਗਣਾ। ਇਹ ਕਿਤੇ ਨਾ ਕਿਤੇ ਜੀ ਸੌਖਾ ਕਰਕੇ ਵੀ ਹੋਇਆ ਸੀਗਾ ਕਿ ਇਹ ਸੌਖਾ ਹੈ, ਇਹ ਲੱਗ ਰਿਹਾ, ਬੱਚੇ ਦਾ ਹੀ ਫਾਇਦਾ ਹੋ ਰਿਹਾ, PR ਮਿਲ ਰਹੀ ਹੈ ਕਿ ਆਪਾਂ ਇਹਨੂੰ ਹੀ ਪ੍ਰਮੋਟ ਕਰਦੇ ਜਾਈਏ। ਪਰ ਹੁਣ ਇਸ ਟਾਈਮ ਜੀ ਬਦਲ ਆ ਗਿਆ,
ਇਸ ਟਾਈਮ ਲੋਕ ਯੂਕੇ ਵੱਲ ਨੂੰ ਵੀ ਬਹੁਤ ਆ ਰਹੇ ਆ, ਆਸਟ੍ਰੇਲੀਆ ਵੱਲ ਨੂੰ ਵੀ ਬਹੁਤ ਆ ਰਹੇ ਆ, ਕਿਉਂਕਿ ਲੋਕਾਂ ਦੇ ਵਿੱਚ ਮਿੱਥ ਸੀਗੀ ਕਿ ਯੂਕੇ ਆ, ਆਸਟ੍ਰੇਲੀਆ, ਇੱਥੇ ਪੀਆਰ ਨਹੀਂ ਮਿਲਦੀ ਜਾਂ ਇੱਥੇ ਬਹੁਤ ਲੇਟ ਪੀਆਰ ਮਿਲਦੀ ਹੈ। ਇਹ ਚੀਜ਼ ਜੀ ਹੁਣ ਦੂਰ ਹੋ ਚੁੱਕੀ ਹੈ। ਜਿਹੜਾ ਸਟੂਡੈਂਟ ਵੀਜ਼ਾ ਲੱਗਦਾ ਜੀ, ਮੈਂ ਯੂਕੇ ਦੀ ਗੱਲ ਕਰਾਂ ਤਾਂ ਉਹ ਟੀਅਰ 4 ਦੇ ਵਿੱਚ ਸਟੂਡੈਂਟ ਵੀਜ਼ਾ ਲੱਗਦਾ ਜੀ। ਟੀਅਰ 4 ਦੇ ਵਿੱਚ ਜਦੋਂ ਆਪਾਂ ਜਾਂਦੇ ਆ ਆਪਾਂ ਨੂੰ ਪੀਆਰ ਨਹੀਂ ਮਿਲਦੀ, ਠੀਕ ਹੈ, ਬਟ ਜਦੋਂ ਆਪਾਂ ਆਪਦੇ ਵੀਜ਼ੇ ਤੋਂ ਬਾਅਦ ਆਪਾਂ ਵਰਕ ਪਰਮਿਟ ਤੇ ਆ ਜਾਂਦੇ ਆ, ਵਰਕ ਪਰਮਿਟ ਤੋਂ ਬਾਅਦ ਜੇ ਆਪਾਂ ਉਸ ਵੀਜ਼ੇ ਨੂੰ ਸਵਿਚ ਕਰਾ ਕੇ ਟੀਅਰ 2 ਚ ਚਲੇ ਜਾਈਏ, ਮਤਲਬ ਜਿਹੜੇ EMPLOYER ਦੇ ਕੋਲੇ ਆਪਾਂ ਕੰਮ ਕਰ ਰਹੇ ਆ ਉਹ EMPLOYER ਆਪਾਂ ਨੂੰ ਸਪਾਂਸਰਸ਼ਿਪ ਲੈਟਰ ਦੇ ਦੇਵੇ ਤਾਂ ਆਪਾਂ ਨੂੰ ਪੀਆਰ ਹੈ ਜੀ ਜਿਹੜੀ 100% ਮਿਲਦੀ ਹੈ। ਮੈਂ 99% ਵੀ ਨਹੀਂ ਕਹੂੰਗਾ, 100% ਬੱਚਾ ਸਟੂਡੈਂਟ ਸਾਡੇ ਕੋਲ ਆਵੇ, ਸਾਡੇ ਤੋਂ ਪ੍ਰੋਪਰ ਗਾਈਡੈਂਸ ਲਵੇ ਕਿ ਕਿਵੇਂ ਮੈਂ ਪੱਕਾ ਹੋ ਸਕਦਾ। ਯੂਕੇ 'ਚ ਵੀ ਪੀਆਰ ਦੀਆਂ ਆਪਸ਼ਨਸ ਬਹੁਤ ਹੈ ਜੀ। ਯੂਕੇ 'ਚ ਪੀਆਰ ਦੀ ਆਪਸ਼ਨ ਆ ਮੇਰੇ ਖਿਆਲ 'ਚ ਤੁਸੀਂ ਹੀ ਦੱਸ ਰਹੇ ਹੋ, ਬਹੁਤੇ ਤਾਂ ਕੰਸਲਟੈਂਟ ਜਾਂ ਏਜੰਟ ਅਸੀਂ ਕਹਿ ਦਈਏ ਉਹ ਹੱਥ ਖੜੇ ਕਰਦੇ ਨੇ, ਯੂਕੇ ਦਾ ਕੰਮ ਹੀ ਨਹੀਂ ਕਰਦੇ ਸੀ। ਉਹ ਸੌਖਾ ਹੈ ਜੀ, ਬਸ ਉਹ ਕੈਨੇਡਾ ਆਪਾਂ ਕਰ ਰਹੇ ਹਾਂ ਜੀ, ਕੈਨੇਡਾ ਦਾ ਕੰਮ ਸੌਖਾ ਬਹੁਤ ਹੈ ਕਰਨਾ, ਮਤਲਬ ਬੜਾ ਈਜ਼ੀ ਹੈ। ਆਸਟ੍ਰੇਲੀਆ ਹੈਗਾ ਜਾਂ ਯੂਕੇ ਹੈਗਾ ਜੀ, ਮੈਂ ਦੋਨਾਂ ਨੂੰ ਇੱਕੋ ਕੈਟਾਗਰੀ 'ਚ ਰੱਖੂੰਗਾ। ਇਹ ਜਿਹੜੇ ਹੈਗੇ ਜੀ ਕੰਮ ਕਰਨਾ ਔਖਾ ਹੈ, ਇਹ ਵੀ ਬਹੁਤ ਵੱਡਾ ਪਰ ਭਾਈ ਸਾਹਿਬ ਯੂਕੇ ਵੀ ਕੋਈ ਸੌਖਾ ਨਹੀਂ ਹੈ। ਯੂਕੇ ਕਾਫੀ ਔਖਾ ਨਜ਼ਰ ਆਉਂਦਾ ਹੈ, ਰਿਸੈਸ਼ਨ ਚੱਲ ਰਿਹਾ ਯੂਕੇ ਦੇ ਵਿੱਚ। ਹਾਲਾਂਕਿ ਸਟੂਡੈਂਟਸ ਦੇ ਲਈ ਜਿਸ ਤਰੀਕੇ ਨਾਲ ਜੋ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਕਿ ਜੇ ਤੁਸੀਂ ਜਾਣਦੇ ਹੋ 15-20 ਦਿਨਾਂ ਚ ਆਪਦਾ ਕੋਈ ਰਹਿਣ ਦਾ ਪ੍ਰਬੰਧ ਕੀਤਾ ਠੀਕ ਹੈ, ਨਹੀਂ ਤੈਨੂੰ ਵਾਪਸ ਭੇਜ ਦਿੰਦੇ ਨੇ। ਨਹੀਂ, ਇਹੋ ਜਿਹੀ ਕੋਈ ਗੱਲ ਨਹੀਂ ਹੈ ਜੀ। ਦੇਖੋ ਅਕੋਮੋਡੇਸ਼ਨ ਦੀ ਦਿੱਕਤ ਜ਼ਰੂਰ ਆ ਰਹੀ ਹੈ ਜੀ, ਇਹ ਗੱਲ ਨਾ ਜੀ ਘੁੰਮ ਘਮਾ ਕੇ ਉੱਥੇ ਹੀ ਹੈ। ਹੁਣ ਦੇਖੋ ਜੇ ਕੈਨੇਡਾ ਜਾਣਾ ਸੀ ਤਾਂ ਮੈਨੂੰ ਟੋਰਾਂਟੋ ਭੇਜ ਦਿਓ, ਜੇ ਯੂਕੇ ਜਾਣਾ ਤਾਂ ਮੈਨੂੰ ਲੰਡਨ ਭੇਜ ਦਿਓ, ਮਤਲਬ ਕਿ ਇੱਕੋ ਹੀ ਚੀਜ਼ ਆਪਸ਼ਨ ਆਪਦੀ ਆ। ਹਾਂਜੀ, ਆਪਾਂ ਇੱਕ ਸਿਟੀ ਨੂੰ ਫੜ ਲੈਂਦੇ ਆ। ਹੁਣ ਜੇ ਯੂਕੇ ਜਾਣਾ, ਯੂਕੇ ਦੇ ਵਿੱਚ ਜੇ ਆਪਾਂ ਆਊਟਰ ਲੰਡਨ ਜਾਈਏ, ਆਪਾਂ ਬਰਮਿੰਗਮ ਜਾਈਏ, ਆਪਾਂ ਵੋਲਵਰਹੈਂਪਟਨ ਜਾਈਏ, ਉਹਨਾਂ ਥਾਵਾਂ ਤੇ ਅਕੋਮੋਡੇਸ਼ਨ ਦੀ ਕੋਈ ਦਿੱਕਤ ਨਹੀਂ ਆਉਂਦੀ ਜੀ ਖਾਸ। ਉਹ ਲੰਡਨ ਦੇ ਵਿੱਚ ਹੀ ਦਿੱਕਤ ਹੈ, ਲੰਡਨ ਦੇ ਵਿੱਚ ਹੀ ਮਹਿੰਗਾਈ ਹੈ। ਇਹ ਕਿਉਂ ਆ? ਇਹ ਜਿਹੜੀ ਚੁਆਇਸ ਆ, ਆਪਸ਼ਨ ਤੇ ਚੁਆਇਸ 'ਚ ਫਰਕ ਹੁੰਦਾ। ਜਿਹੜੀ ਇਹ ਚੁਆਇਸ ਹੈ ਕੈਨੇਡਾ ਦੇ ਵਿੱਚ, ਚੁਆਇਸ ਤੁਸੀਂ ਕਿਹਾ ontario ਰਹੀ ਸੀ, ਉਸ ਤੋਂ ਬਾਅਦ ਬਰੈਂਪਟਨ ਰਹੀ, ਸਰੀ ਵੀ ਕਾਫੀ ਚਿਰ ਆਉਂਦੀ ਨਜ਼ਰ ਆਉਂਦੀ ਸੀ। ਫਿਰ ਹੁਣ ਜਿਸ ਤਰੀ ਤੁਸੀਂ ਕਹਿੰਦੇ ਲੰਡਨ ਦੀ ਜ਼ਿਆਦਾ ਚੁਆਇਸ ਆ ਰਹੀ ਹੈ, ਹਾਲਾਂਕਿ ਹੋਰ ਪਾਸੇ ਨਹੀਂ ਆ ਰਹੀ। ਇਹ ਕਾਰਨ ਕੀ ਹੈ? ਇਹ ਕਾਰਨ ਉਹੀ ਹੈ ਜੀ, ਗੱਲ ਘੁੰਮ ਕੇ ਉੱਥੇ ਆ ਰਹੀ ਕਿ ਸਰਚ ਨਹੀਂ ਕੀਤਾ ਜਾਂਦਾ, ਸਰਵੇ ਨਹੀਂ ਕੀਤਾ ਜਾਂਦਾ ਕਿ ਮੇਰੀ ਪ੍ਰੋਫਾਈਲ ਦੇ ਹਿਸਾਬ ਨਾਲ ਜਾਂ ਮੈਨੂੰ ਜਿਹੜਾ ਕੰਮ ਆਉਂਦਾ ਹੈ, ਜਿਹੜੀ ਮੇਰੇ ਕੋਲ ਸਕਿੱਲ ਹੈ, ਉਹਦੇ ਅਕੋਰਡਿੰਗਲੀ ਮੈਂ ਆਪਦੀ ਸਿਟੀ ਚੁਣਾ। ਉਹ ਸਿਟੀ ਚੁਣੀ ਜਾਂਦੀ ਹੈ ਕਿ ਮੇਰਾ ਰਿਸ਼ਤੇਦਾਰ ਉੱਥੇ ਹੈ ਜੀ, ਮੇਰੇ ਮਾਮੇ ਦਾ ਮੁੰਡਾ ਉੱਥੇ ਹੈ ਜੀ, ਉਹ ਕਹਿੰਦਾ ਕੋਈ ਚੱਕਰ ਨਹੀਂ, ਤੂੰ ਇੱਥੇ ਆ ਜਾ, ਆਪਾਂ ਇੱਥੇ ਸੈਟਿੰਗ ਕਰ ਦਾਂਗੇ। ਉਹ ਪੁਰਾਣੇ ਪੰਜਾਬੀ ਆਪਣੇ ਲੰਡਨ 'ਚ ਵੀ ਹੈਗੇ ਆ ਜੀ, ਕੈਨੇਡਾ ਦੀ ਗੱਲ ਕਰੀਏ ਟੋਰਾਂਟੋ 'ਚ ਵੀ ਹੈਗੇ ਆ। ਲੋੜ ਹੈ ਜੀ ਅੱਜ ਦੇ ਟਾਈਮ ਦੇ ਵਿੱਚ ਰੀਸਰਚ ਕਰਨ ਦੀ। ਸਾਡੇ ਕੋਲ ਸਟੂਡੈਂਟ ਆਉਂਦਾ ਜੀ, ਸਾਡੇ ਕੋਲ ਐਪਲੀਕੇਸ਼ਨ ਉਹ ਆਪਦੀ ਲਗਾਵੇ ਚਾਹੇ ਨਾ ਲਗਾਵੇ, ਬਟ ਉਹਨੂੰ ਅਸੀਂ ਇੱਕ ਚੰਗੀ ਮਤਲਬ ਕਿ ਸਿੱਖਿਆ, ਚੰਗੀ ਗਾਈਡਲਾਈਨਸ ਦੇ ਕੇ ਭੇਜਦੇ ਆ ਕਿ ਜਿਹੜੀ ਤੇਰੀ ਪ੍ਰੋਫਾਈਲ ਹੈ, ਤੈਨੂੰ ਆਹ ਕੰਮ ਆਉਂਦਾ ਹੈ, ਜਾਂ ਮੰਨ ਲਾ ਤੂੰ ਇਸ ਵਿਸ਼ੇ ਦੇ ਵਿੱਚ ਪੜ੍ਹਿਆ ਹੋਇਆ ਤਾਂ ਤੇਰਾ ਫਿਊਚਰ ਇਸ ਜਗ੍ਹਾ ਦੇ ਉੱਤੇ ਬੈਟਰ ਹੈ। ਇਹ ਚੀਜ਼ ਨੂੰ ਜੀ ਅੱਜ ਸਰਚ ਕਰਨਾ ਜ਼ਰੂਰੀ ਹੈ, ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਜੇਕਰ ਤੁਸੀਂ ਪੈਸਾ ਵੀ ਲਾਉਣਾ ਹੈ ਤੇ ਫਿਊਚਰ ਨੂੰ ਦਾਅ ਤੇ ਵੀ ਲਾਉਣਾ ਹੈ ਤਾਂ ਉਹ ਕਿਤੇ ਨਾ ਕਿਤੇ ਜਾ ਕੇ ਕਾਮਯਾਬ ਹੋਣਾ ਬਹੁਤ ਜ਼ਰੂਰੀ ਹੈ। ਬਿਲਕੁਲ। ਦੇਖੋ ਜੀ, ਜਿਹੜਾ ਪੇਰੈਂਟਸ ਹੈ ਜ਼ਿਆਦਾਤਰ ਜੀ ਆਪਣਾ, ਜੇਕਰ ਮੰਨ ਲਓ ਕਿ ਮੈਂ ਪਿੰਡਾਂ ਵਾਲੇ ਪਰਿਵਾਰਾਂ ਦੀ ਗੱਲ ਕਰਾਂ ਜੀ, ਬਹੁਤ ਲੋਕ ਜ਼ਮੀਨਾਂ ਵੇਚ ਕੇ ਵੀ ਜਾਂਦੇ ਆ ਜੀ, ਬੜਾ ਔਖੇ ਤਰੀਕੇ ਦੇ ਨਾਲ ਪੈਸੇ ਨੂੰ ਇਕੱਠਾ ਕਰਕੇ ਜਾਂਦੇ ਆ ਜੀ। ਜੋ ਪੈਸਾ ਸਹੀ ਥਾਂ ਤੇ ਨਾ ਲੱਗੇ ਜੀ, ਬੱਚਾ ਗਿਆ, ਉਹ ਬੱਚਾ ਵਾਪਸ ਆ ਜੇ ਜੀ, ਉਸ ਬਹੁਤ ਹੀ ਮੈਂ ਆਪਦੇ ਉਹਦੇ ਵਿੱਚ ਬੜੀ ਮਾੜੀ ਗੱਲ ਗਿਣਦਾ ਜੀ, ਹਨਾ। ਦਿਲ ਨੂੰ ਬੜਾ ਠੇਸ ਪਹੁੰਚਦਾ ਕਿ ਵੀ ਆ ਬੱਚਾ ਗਿਆ ਸੀ ਯਾਰ ਇੰਨੇ ਪੈਸੇ ਦੇ ਕੇ, ਜਾਂ ਤਾਂ ਵਾਪਸ ਆ ਗਿਆ ਜਾਂ ਇਹ ਉੱਥੇ ਉਹਦਾ ਫਿਊਚਰ ਨਹੀਂ ਸੈੱਟ ਹੋ ਗਿਆ। ਯੂਕੇ ਦਾ ਤਾਂ ਇਹ ਵੀ ਡਰ ਰਹਿੰਦਾ ਅੱਜ ਅਕਸਰ ਕਿ 에ਅਰਪੋਰਟ ਤੋਂ ਹੀ ਮੋੜ ਦਿੰਦੇ ਆ, ਇੰਟਰਵਿਊ ਹੁੰਦੀ ਹੈ ਉੱਥੇ, ਨਹੀਂ ਤੁਸੀਂ ਆਪਦੇ ਡਾਕੂਮੈਂਟ ਨਹੀਂ ਤਰੀਕੇ ਨਾਲ ਕਲੀਅਰ ਕਰਦੇ, ਨਹੀਂ ਤੁਸੀਂ ਆਪਦੀ ਜਾਣਕਾਰੀ ਸਹੀ ਦਿੰਦੇ ਤਾਂ ਉੱਥੋਂ ਵੀ ਵਾਪਸ ਤੋੜ ਦਿੰਦੇ ਆ। ਨਹੀਂ, ਇਹਨਾਂ 'ਚ ਪਤਾ ਕੀ ਗੱਲ ਹੈ, ਜਦੋਂ ਵੀ ਆਪਾਂ ਕਿਸੇ ਵੀ ਕੰਟਰੀ ਦੇ ਵਿੱਚ ਦਾਖਲ ਹੁੰਦੇ ਆ, ਚਾਹੇ ਉਹ ਕੈਨੇਡਾ ਹੈ, ਚਾਹੇ ਯੂਕੇ, ਆਸਟ੍ਰੇਲੀਆ ਹੈ, ਆਪਾਂ ਸਟੂਡੈਂਟ ਵੀਜ਼ੇ ਤੇ ਚੱਲੇ ਆ, ਆਪਾਂ ਵਿਜ਼ਟਰ ਵੀਜ਼ੇ ਤੇ ਚੱਲੇ ਆ, ਆਪਾਂ ਉਹਨਾਂ ਦੀ ਕੰਟਰੀ 'ਚ ਦਾਖਲ ਹੋਣ ਲੱਗੇ ਆ ਜੀ, ਤਾਂ ਉਹ ਆਪਾਂ ਨੂੰ ਪੁੱਛ ਸਕਦੇ ਆ ਵੀ ਭਾਈ ਤੂੰ ਕਿੱਥੇ ਚੱਲੇ ਆ, ਕਿਹੜਾ ਤੇਰਾ ਕਾਲਜ ਹੈ, ਕਿਹੜਾ ਤੇਰਾ ਕੋਰਸ ਹੈ। ਇਹ ਉੱਥੇ ਦਿੱਕਤ ਆਉਂਦੀ ਹੈ ਜੀ ਜਿੱਥੇ ਸਟੂਡੈਂਟ ਆਪਣੇ ਕੰਸਲਟੈਂਟ ਤੋਂ ਪ੍ਰੋਪਰ ਇਨਫੋਰਮੇਸ਼ਨ ਲੈਂਦੇ ਹੀ ਨਹੀਂ ਕਿ ਮੇਰੀ ਯੂਨੀਵਰਸਿਟੀ ਕਿੱਥੇ ਹੈ, ਬਸ ਸਿਰਫ ਇੰਨੀ ਗੱਲ ਤੇ ਫੋਕਸ ਰੱਖਦੇ ਆ ਕਿ ਵੀਜ਼ਾ ਆ ਗਿਆ ਜੀ, ਬਸ ਇਹ ਨਹੀਂ ਧਿਆਨ ਰੱਖਦੇ ਕਿ ਕਿਹੜਾ ਕਾਲਜ ਸੀ, ਕਿਹੜਾ ਕੋਰਸ ਸੀ, ਕੀ ਮੇਰੀ ਪ੍ਰੋਫਾਈਲ ਸੀ। ਇਹੀ ਗੱਲਾਂ ਨੇ ਜੀ। ਕੋਈ ਇਦਾਂ ਕੋਈ ਇੰਟਰਵਿਊ ਨਹੀਂ ਹੁੰਦੀ ਕਿ ਪ੍ਰੋਪਰ ਉੱਥੇ ਬੱਚੇ ਨੂੰ ਬਿਠਾ ਕੇ ਕੋਈ ਕੁਐਸਚਨ ਆਨਸਰਿੰਗ ਕੀਤੀ ਜਾਂਦੀ ਹੈ। ਇੱਕ ਜਨਰਲ ਕਨਵਰਸੇਸ਼ਨ ਹੁੰਦੀ ਹੈ ਜੀ। ਉਹ ਪੁੱਛਦੇ ਆ ਕਿ ਕਿਹੜੀ ਯੂਨੀਵਰਸਿਟੀ ਚੱਲੇ ਆ ਭਾਈ, ਕਿਹੜੇ ਕੋਰਸ 'ਚ ਚੱਲੇ ਆ, ਰਹੇਗਾ ਕਿੱਥੇ ਜਾ ਕੇ, ਆਹ ਗੱਲਾਂ ਨੇ ਜੀ। ਇਹੀ ਕੈਨੇਡਾ 'ਚ, ਇਹੀ ਯੂਕੇ 'ਚ, ਹਰ ਕੰਟਰੀ 'ਚ ਜੀ। ਭਾਈ ਸਾਹਿਬ ਗੱਲ ਇਹ ਹੈ ਕਿ ਕੈਨੇਡਾ ਪਹਿਲਾਂ ਬਹੁਤ ਹੋਈ, ਪੰਜਾਬੀਆਂ ਵੱਲੋਂ ਜਾਂ ਨਾਰਥ ਇੰਡੀਅਨਸ ਵੱਲੋਂ ਬਹੁਤ ਕੀਤਾ ਗਿਆ, ਏਜੰਟ ਵੀ ਕੈਨੇਡਾ ਨੂੰ ਪ੍ਰੈਫਰ ਕਰਦੇ ਸੀ। ਫਿਰ ਜਦੋਂ ਕੈਨੇਡਾ ਦੀਆਂ ਇਹੋ ਜਿਹੀ ਗੱਲਾਂ ਆਉਣ ਲੱਗ ਪਈਆਂ, ਫਿਰ ਆਸਟ੍ਰੇਲੀਆ ਨੂੰ ਮੂਵ ਹੋ ਗਿਆ ਸਾਰਾ ਕੁਝ। ਹੁਣ ਆਸਟ੍ਰੇਲੀਆ 'ਚ ਕਿਤੇ ਨਾ ਕਿਤੇ ਡਰ ਲੋਕਾਂ ਨੂੰ ਸ਼ਾਇਦ ਨਜ਼ਰ ਆਉਂਦਾ ਹੈ, ਤਾਂ ਹੁਣ ਯੂਕੇ ਨੂੰ ਹੋ ਗਿਆ। ਤਾਂ ਇਹ ਸਾਰਾ ਇੱਕੋ ਪਾਸੇ ਇੱਕ ਵਾਰੀ 'ਚ ਜਿਹੜਾ ਕਹਿੰਦੀ ਮੂਵਮੈਂਟ ਆ ਜਾਂਦੀ ਨੇ, ਗੱਲਾਂ ਚੱਲ ਪਈਆਂ, ਕੈਨੇਡਾ ਬੰਦ ਹੋ ਗਿਆ ਜੀ, ਇਹ ਠੀਕ ਹੈ, ਕੈਨੇਡਾ ਹੋ ਜਾ ਨਹੀਂ ਰਿਹਾ, ਗੱਲਾਂ ਚੱਲ ਪਈਆਂ, ਆਸਟ੍ਰੇਲੀਆ 'ਚ ਵੀ ਕੰਮ ਨਹੀਂ ਰਿਹਾ, ਆਸਟ੍ਰੇਲੀਆ ਹੋ ਜਾ ਨਹੀਂ ਰਿਹਾ, ਇਹ ਚੀਜ਼ਾਂ ਚੱਲ ਪਈਆਂ। ਇਹ ਸਾਰੀਆਂ ਚੀਜ਼ਾਂ ਇਹ ਤੁਹਾਡੇ ਵੱਲੋਂ ਬਣਾਈਆਂ ਜਾਂਦੀਆਂ, ਤੁਹਾਡੇ ਮਹਿਕਮੇ ਵੱਲੋਂ ਬਣਾਈਆਂ ਜਾਂਦੀਆਂ ਕਿ ਲੋਕਾਂ ਵੀ ਸਾਰੇ ਨੌਜਵਾਨਾਂ ਨੂੰ ਇੱਕ ਪਾਸੇ ਤੋਰ ਦਈਏ? ਆਪਣੇ ਲੋਕ ਨਾ ਜੀ ਸੌਖੇ ਵੱਲ ਜਾਂਦੇ ਆ। ਜਦੋਂ ਲੱਗਦਾ ਵੀ ਆਹ ਕੰਟਰੀ ਨੇ ਵੀਜ਼ੇ ਖੋਲ ਤੇ ਆਹ ਕੰਮ ਸੌਖਾ ਹੋ ਗਿਆ, ਸਾਰੇ ਉਧਰ ਨੂੰ ਹੋ ਜਾਂਦੇ ਆ। ਜੇ ਆਪਾਂ ਆਪਦੀ ਸਕਿੱਲ ਦੇ ਅਕੋਰਡਿੰਗਲੀ ਚੱਲੀਏ ਜੀ,
ਹੁਣ ਜਿਹੜਾ ਪੇਸ਼ਾ ਹੈ, ਹੁਣ ਮੰਨ ਲਓ ਕੋਈ ਬੱਚਾ ਉਹ ਚਾਹੁੰਦਾ ਕਿ ਮੈਂ ਕੰਸਟਰਕਸ਼ਨ ਨਾਲ ਰਿਲੇਟਡ ਕੋਈ ਵੀ ਕੰਮ ਕਰਨਾ ਚਾਹੁੰਦਾ ਹੈ, ਕੰਸਟਰਕਸ਼ਨ ਵਾਲਿਆਂ ਦੀ ਸਭ ਤੋਂ ਵੱਧ ਡਿਮਾਂਡ ਹੈ ਯੂਕੇ 'ਚ ਹੈ। ਮਿਸਤਰੀ, ਰਾਜ ਮਿਸਤਰੀ, ਲੇਬਰ ਦਾ ਕੋਈ ਵੀ ਕਿਸੇ ਵੀ ਤਰ੍ਹਾਂ ਦਾ, ਚਾਹੇ ਉਹ ਟਾਈਲ ਦਾ ਮਿਸਤਰੀ ਹੈ, ਚਾਹੇ ਉਹ ਲੱਕੜ ਦਾ, ਚਾਹੇ ਸੀਲਿੰਗ ਦਾ, ਕੁਝ ਵੀ। ਮੰਨ ਲਓ ਕੋਈ ਫੈਮਿਲੀ ਹੈ, ਕੋਈ ਮਤਲਬ ਕੰਮ ਕਰਦਾ ਹੈ, ਉਹਦਾ ਬੱਚਾ ਚਾਹੁੰਦਾ ਕਿ ਮੈਂ ਇਹ ਸਾਵੇਂ ਕੰਮ 'ਚ ਜਾਣਾ, ਤਾਂ ਯੂਕੇ 'ਚ ਇਸ ਕੰਮ ਵਰਗਾ ਕਿਤੇ ਵੀ ਪੈਸਾ ਹੀ ਨਹੀਂ ਹੈ ਨੀਗਾ ਜੀ, ਜਿੰਨਾ ਯੂਕੇ ਦੇ ਵਿੱਚ ਹੈ। ਸਕਿਲਡ ਲੇਬਰ ਜਿਹੜੀ ਹੈ, ਸਕਿਲਡ ਲੇਬਰ ਹੈ ਜੀ। ਸੈਕੰਡਲੀ ਜੇ ਕੇਅਰ ਟੇਕਰਸ ਦੀ ਗੱਲ ਕਰੀਏ, ਜਿਹੜੀਆਂ ਲੜਕੀਆਂ ਲੜਕੇ GNM BSc ਨਰਸਿੰਗ ਕੀਤੀ ਹੋਈ ਹੈ, ਹਸਪਿਟੈਲਿਟੀ ਜਿਹਨੂੰ ਅਸੀਂ ਕਹਿੰਦੇ ਨੇ, ਹਾਂਜੀ, ਜੋ ਹਸਪੀਟਲ ਦੇ ਵਿੱਚ ਮਤਲਬ ਐਕਸਪੀਰੀਅੰਸ ਹੈ, ਤਜਰਬੇਕਾਰ ਲੋਕ ਹੈ, ਉਹਨਾਂ ਦੀ ਯੂਕੇ 'ਚ ਡਿਮਾਂਡ ਹੈ। ਮਤਲਬ ਹਰ ਕੰਟਰੀ ਦੀ ਇੱਕ ਵੱਖਰੀ, ਮਤਲਬ ਹਰੇਕ ਬੱਚੇ ਦੀ ਵੱਖਰੀ ਪ੍ਰੋਫਾਈਲ ਹੈ, ਹਰੇਕ ਕੰਟਰੀ ਦੀ ਵੱਖਰੀ ਲੋੜ ਹੈ। ਇਸ ਗੱਲ ਨੂੰ ਸਮਝ ਕਰਕੇ ਜੀ ਆਪਾਂ ਆਪਦੀ ਕੰਟਰੀ ਨੂੰ ਚੂਜ਼ ਕਰੀਏ। ਇਹ ਬਿਲਕੁਲ ਕਿਤੇ ਨਹੀਂ ਹੈਗੀ ਗੱਲ ਕਿ ਵੀ ਆਪਾਂ ਅੱਜ ਇਹਨੇ ਵੀਜ਼ੇ ਦੇਤੇ ਜੀ। ਕਦੇ ਵੀ ਕਿਸੇ ਕੰਟਰੀ ਦਾ ਵੀਜ਼ਾ ਔਖਾ ਜਾਂ ਸੌਖਾ ਨਹੀਂ ਹੁੰਦਾ। ਤੁਹਾਡੀ ਪ੍ਰੋਫਾਈਲ ਡਿਸਾਈਡ ਕਰਦੀ ਹੈ ਕਿ ਤੁਸੀਂ ਕਿੱਥੇ ਜਾਣਾ। ਤੁਸੀਂ PR ਦੀ ਗੱਲ ਕੀਤੀ, UK PR ਦੀ, ਇੱਕ ਸਵਾਲ ਬੜਾ ਹੈ ਮਾ, ਪਹਿਲਾਂ ਕੈਨੇਡਾ ਤਾਂ ਈਜ਼ੀ ਹੋਇਆ, ਤੁਸੀਂ ਜਿਵੇਂ ਦੱਸਿਆ ਕਿ ਕੈਨੇਡਾ ਦੀ PR ਸੌਖੀ ਮਿਲ ਜਾਂਦੀ ਸੀ ਬਾਕੀਆਂ ਨਾਲੋਂ ਜੀ, ਠੀਕ ਹੈ। UK ਤੇ ਕੈਨੇਡਾ ਦੀ PR 'ਚ ਫਰਕ ਕੀ ਹੈ? ਦੇਖੋ, ਕੈਨੇਡਾ ਦੇ ਵਿੱਚ ਜੀ ਹਰ ਬੰਦਾ ਹੀ ਪੱਕਾ ਹੋ ਜਾਂਦਾ। ਕੈਨੇਡਾ ਇੱਕ ਵੱਡੀ ਕੰਟਰੀ ਹੈ। ਜੇ ਮੈਂ ਪੂਰਾ ਹੀ ਕੰਪੈਰੀਜ਼ਨ ਕਰ ਦਵਾਂ ਜੀ, ਉਹ ਹਰ ਬੰਦਾ ਪੱਕਾ ਹੋਏਗਾ। 700 ਵਾਲੀ ਖਬਰ ਤਾਂ ਹੁਣੇ ਆਈ ਹੈ, ਜੇ ਤੁਸੀਂ ਕਹਿੰਦੇ ਪੱਕਾ ਹੈ, ਉਹ ਤਾਂ ਜੀ ਚਲੋ ਗੱਲ ਜ਼ਰੂਰ ਹੈਗੀ। ਉਹ ਤਾਂ ਇੱਕ ਗੱਲ ਵੱਖਰੀ ਹੈ ਜੀ ਕਿ ਬੰਦਾ ਫੇਕ ਡਾਕੂਮੈਂਟ ਲਾ ਕੇ ਗਿਆ, ਉਹ ਖੁਦ ਵੀ ਕਿਤੇ ਨਾ ਕਿਤੇ ਜ਼ਿੰਮੇਵਾਰ ਹੈ ਜੀ। ਕੋਈ ਵੀ ਆਪਾਂ ਨੂੰ ਕਿਸੇ ਨੂੰ ਵੀ ਜ਼ਿੰਮੇਵਾਰ ਠਹਿਰਾਈਏ, ਉਹ ਇੱਕ ਗਲਤ ਕੰਮ ਹੈ ਜੀ। ਗਲਤ ਤਾਂ ਮੈਂ ਕਦੇ ਵੀ ਮਤਲਬ ਇਸ ਗੱਲ ਨੂੰ ਕਹਿੰਦਾ ਨਹੀਂ ਜੀ। ਕੋਈ ਵੀ ਆਪਾਂ ਕਿਸੇ ਵੀ ਕੰਟਰੀ ਚੱਲੇ ਆ, ਆਪਾਂ ਕੋਈ ਫੇਕ ਡਾਕੂਮੈਂਟੇਸ਼ਨ ਨਾ ਕਰੀਏ, ਆਪਾਂ ਸਹੀ ਡਾਕੂਮੈਂਟਾਂ ਤੇ ਜਾਈਏ। ਜਿਹੜੀ ਆਪਾਂ ਮਤਲਬ PR ਦੀ ਗੱਲ ਕਰਦੇ ਹਾਂ ਜੀ, ਕੈਨੇਡਾ ਇੱਕ ਵੱਡੀ ਕੰਟਰੀ ਹੈ। ਜੇ ਆਪਾਂ ਇਸ ਚੀਜ਼ ਨੂੰ ਪਾਸੇ ਰੱਖ ਕੇ ਗੱਲ ਕਰੀਏ ਤਾਂ ਕੈਨੇਡਾ ਦੇ ਵਿੱਚ PR ਹਰ ਜਗ੍ਹਾ ਤੇ ਸੌਖੀ ਮਿਲ ਜਾਂਦੀ ਹੈ। ਚਲੋ ਜੇਕਰ ਮੰਨ ਲਓ ਬੱਚਾ ontario ਵਾਲੇ ਪਾਸੇ ਟੋਰਾਂਟੋ ਚਲਿਆ ਗਿਆ, ਬਰੈਂਪਟਨ, ਮਿਸੀਸਾਗਾ ਚਲਿਆ ਗਿਆ, ਉਹਨੂੰ ਉੱਥੇ ਨਹੀਂ PR ਦੇ ਪੁਆਇੰਟ ਪੂਰੇ ਹੋ ਰਹੇ, ਉਹ ਸਸਕੈਚੁਅਨ ਜਾਂ ਕਿਤੇ ਵੀ ਜਾ ਕੇ ਆਪਦੀ PR ਅਪਲਾਈ ਕਰ ਲੈਂਦਾ। ਠੀਕ ਹੈ। ਯੂਕੇ ਦੇ ਵਿੱਚ ਜੀ ਕੈਨੇਡਾ ਦੇ ਮੁਕਾਬਲੇ PR ਆਪਾਂ ਜ਼ਰੂਰ ਕਹਿ ਸਕਦੇ ਹਾਂ ਔਖੀ ਹੈ, ਕਿਉਂਕਿ ਉੱਥੇ ਸਪਾਂਸਰਸ਼ਿਪ ਦੀ ਲੋੜ ਹੈ। ਆਪਾਂ ਨੂੰ ਸਪਾਂਸਰਸ਼ਿਪ ਲੈਣੀ ਪੈਣੀ ਹੈ, ਪਰ ਨਾਮੁਮਕਿਨ ਨਹੀਂ ਹੈਗੀ। ਇਹ ਨਹੀਂ ਹੈਗਾ ਕਿ ਬਿਲਕੁਲ ਨਹੀਂ ਮਿਲ ਸਕਦੀ। ਜਿਹੜਾ ਬੱਚਾ ਜਾ ਕੇ ਕੰਮ ਕਰਨ ਦੀ ਪਾਵਰ ਰੱਖਦਾ ਜੀ, ਇਹ ਸੋਚਦਾ ਕਿ ਮੈਂ ਆਪਦੇ ਘਰਦਿਆਂ ਦੇ ਯਾਰ ਇੰਨੇ ਪੈਸੇ ਲਾ ਕੇ ਗਿਆ, ਮੈਂ ਕੰਮ ਕਰਨਾ, ਮੈਂ ਸਕਿੱਲ ਲੈਣੀ ਹੈ, ਮੈਂ ਕੁਝ ਸਿੱਖਣਾ, ਉਹ ਬੰਦੇ ਨੂੰ 100% PR ਮਿਲਦੀ ਹੈ ਜੀ। ਲੋੜ ਹੈਗੀ ਆ ਗਾਈਡਲਾਈਨਸ ਦੀ, ਲੋੜ ਹੈਗੀ ਆ ਸਹੀ ਆਪਦਾ ਹੁਨਰ ਪਛਾਣ ਕੇ ਸਹੀ ਕਾਲਜ ਯੂਨੀਵਰਸਿਟੀ 'ਚ ਜਾਣ ਦੀ, ਤੇ ਸਹੀ ਲੋਕੇਸ਼ਨ ਤੇ ਜਾਣ ਦੀ। UK ਬੈਟਰ ਆਪਸ਼ਨ ਹੈ। UK PR ਲਈ, ਵਰਕ ਲਈ ਜੀ, ਸੈਟਲਮੈਂਟ ਲਈ ਬੈਸਟ ਆਪਸ਼ਨ ਅੱਜ ਦੇ ਟਾਈਮ ਦੇ ਵਿੱਚ ਜੀ। ਠੀਕ ਹੈ। ਮੇਰਾ ਆਖਰੀ ਸਵਾਲ ਹੈ, ਇਹ ਸਵਾਲ ਤੁਹਾਡੇ ਮਹਿਕਮੇ ਨਾਲ ਜਿੰਨੇ ਵੀ ਅੱਜ ਕੱਲ ਫਰਮਾਂ ਖੁੱਲੀਆਂ ਸਾਰਿਆਂ ਨਾਲ ਜੀ, ਕਿ 700 ਬੱਚਾ ਡਿਪੋਰਟ ਹੋਣ ਦੀਆਂ ਖਬਰਾਂ ਨੇ। ਬਿਲਕੁਲ ਬੇਸ਼ੱਕ ਇਹ ਉਹਨਾਂ ਦੇ ਫਿਊਚਰ ਦੇ ਲਈ ਅਸੀਂ ਕਹਿ ਦਈਏ, ਜਾਂ ਇੱਥੋਂ ਜਾਣ ਵਾਲੇ ਬੱਚਿਆਂ ਦੇ ਫਿਊਚਰ ਦਾ ਵੀ ਸਵਾਲ ਹੈ, ਪਰ ਇਹਦੇ ਨਾਲ ਜਿਹੜੀਆਂ ਤੁਹਾਡੇ ਨਾਲ ਜਾਂ ਹੋਰ ਤੁਹਾਡੇ ਮਹਿਕਮੇ ਦੀਆਂ ਫਰਮਾਂ ਨੇ, ਸਵਾਲ ਤਾਂ ਉਹਨਾਂ ਦੇ ਫਿਊਚਰ ਦਾ ਵੀ ਬਣ ਗਿਆ ਨਾ। ਦੁਕਾਨਦਾਰੀਆਂ ਬੰਦ ਹੁੰਦੀਆਂ ਨਜ਼ਰ ਵੀ ਆਉਣਗੀਆਂ ਹੁਣ। ਬਿਲਕੁਲ ਜੀ। ਦੇਖੋ ਜੀ, ਇਹ ਕਿਤੇ ਨਾ ਕਿਤੇ ਹੈਗਾ ਜੀ। ਜੋ ਬੰਦਾ ਜੀ ਜੋ ਚੀਜ਼ ਕਰੂਗਾ ਜੀ, ਉਹਦਾ ਭੋਗੂਗਾ ਵੀ ਜੀ। ਜੇ ਆਪਾਂ ਕਿਸੇ ਬੰਦੇ ਨੂੰ ਕੋਈ ਗਲਤ ਗਾਈਡ ਕਰ ਰਹੇ ਹਾਂ ਜਾਂ ਉਹਨੂੰ ਕੋਈ ਉਹਦੀ ਗਲਤ ਡਾਕੂਮੈਂਟੇਸ਼ਨ 'ਚ ਹੈਲਪ ਕਰ ਰਹੇ ਹਾਂ ਜੀ, ਉਹ ਕਿਤੇ ਨਾ ਕਿਤੇ ਜੀ ਉਹਦੇ ਜ਼ਿੰਮੇਵਾਰ ਤਾਂ ਫਿਰ ਆਪਾਂ ਵੀ ਹੈ। ਇਸ ਗੱਲ ਤੋਂ ਜੀ ਬਚਣ ਦੀ ਲੋੜ ਹੈ। ਦੇਖੋ, ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ ਜੀ। ਬਹੁਤ ਲੋਕ ਮਾੜੇ ਵੀ ਹੈ, ਬਹੁਤ ਲੋਕ ਚੰਗੇ ਵੀ ਹੈ। ਹੁਣ ਆਪਾਂ ਕੋਈ ਕਿਸੇ ਵੀ ਪੇਸ਼ੇ ਦੀ ਗੱਲ ਕਰ ਲਈਏ, ਕੋਈ ਡਾਕਟਰ ਦੀ ਗੱਲ ਕਰ ਲਈਏ, ਚਾਹੇ ਤੁਹਾਡੇ ਮਹਿਕਮੇ ਦੀ ਪੱਤਰਕਾਰੀ ਦੀ ਗੱਲ ਕਰ ਲਈਏ, ਬੰਦੇ ਚੰਗੇ ਵੀ ਹੈ, ਬੰਦੇ ਮਾੜੇ ਵੀ ਹੈ ਜੀ। ਹਰ ਤਰ੍ਹਾਂ ਦੇ ਲੋਕ ਹੈ। ਕੁਝ ਬਲੈਕਮੇਲਰ ਵੀ ਹੁੰਦੇ ਆ, ਕੁਝ ਛਾਣਪਣ ਹੋਣੀ ਚਾਹੀਦੀ ਹੈ ਨਾ। ਮੈਂ ਗੱਲ ਇਹ ਹੈ ਕਿ ਵੀ ਆਪਾਂ, ਇਹ ਆਪਣਾ ਫਰਜ਼ ਹੈ ਜੀ ਕਿ ਆਪਾਂ ਮਤਲਬ ਕਿ ਕਿਹਦੇ ਕੋਲੇ ਚੱਲਨੇ ਆ, ਆਪਾਂ ਉਹਨੂੰ ਮਤਲਬ ਪਹਿਚਾਣੀਏ, ਆਪਾਂ ਆਪਦੀ ਸਰਚ ਕਰੀਏ। ਆਪਾਂ ਅੱਜ ਆਪਣੇ ਕੋਲ ਇੰਟਰਨੈਟ ਹੈ, ਆਪਾਂ ਇੰਟਰਨੈਟ ਤੇ ਸਾਰਾ ਦਿਨ ਨਵੇਂ ਤੋਂ ਨਵੇਂ ਮਸਾਲੇਦਾਰ ਖਬਰਾਂ ਦੇਖਦੇ ਆ। ਉਹਦੀ ਜਗ੍ਹਾ ਦੇ ਉੱਪਰ ਆਪਾਂ ਰਿਸਰਚ ਕਰੀਏ, ਯੂਨੀਵਰਸਿਟੀ ਕਾਲਜ ਦੀ ਵੈਬਸਾਈਟ ਖੋਲ ਲਈਏ, ਕੰਸਲਟੈਂਟ ਤੋਂ ਉਹਦੀ ਜਾਣਕਾਰੀ ਲੈ ਕੇ ਆਏ, ਆ ਕੇ ਉਹਨੂੰ ਸਰਚ ਕਰੀਏ ਕਿ ਜਿਹੜੀਆਂ ਗੱਲਾਂ ਕਹੀਆਂ ਉਹ ਸੱਚੀਆਂ ਸੀ ਕਿ ਉਹ ਸਿਰਫ ਝੂਠ ਸੀ। ਜਿੱਥੇ ਨੌਲੇਜ ਮਿਲ ਰਹੀ ਹੈ ਉਸ ਦਫ਼ਤਰ 'ਚ ਜਾਈਏ, ਉਸ ਥਾਂ ਤੇ ਨਾ ਜਾਈਏ ਕਿ ਹਾਂਜੀ ਭਾਈ ਤੂੰ ਆ ਗਿਆ, ਤੇਰਾ ਵੀਜ਼ਾ ਲੱਗ ਜਾਊਗਾ। ਉੱਥੇ ਜਾਈਏ ਜਿੱਥੇ ਆਪਾਂ ਨੂੰ ਮਤਲਬ ਆਪਣੀ ਪ੍ਰੋਫਾਈਲ ਨੂੰ ਸਹੀ ਆਪਸ਼ਨ ਦਿੱਤੀ ਗਈ, ਚੰਗੇ ਤਰੀਕੇ ਨਾਲ ਆਪਾਂ ਨੂੰ ਗਾਈਡ ਕੀਤਾ ਗਿਆ, ਸਟੱਡੀ ਨੂੰ, ਵਰਕ ਨੂੰ, PR ਨੂੰ, ਸਾਰੀਆਂ ਚੀਜ਼ਾਂ ਨੂੰ ਧਿਆਨ 'ਚ ਰੱਖ ਕੇ। ਇਹ ਨਹੀਂ ਕਿ ਅੱਜ ਆਪਾਂ ਸਿਰਫ ਜਾਣਾ ਹੈ, ਆਪਣਾ ਵੀਜ਼ਾ ਲੱਗ ਰਿਹਾ। ਮੈਂ ਤਾਂ ਜੀ ਮਤਲਬ ਤੁਹਾਡੇ ਮਾਧਿਅਮ ਰਾਹੀਂ ਇਹ ਕਹੂੰਗਾ ਕਿ ਸਾਡੇ ਕੋਲੋਂ ਚਾਹੇ ਬਿਲਕੁਲ ਵੀ ਆਪਦੀ ਐਪਲੀਕੇਸ਼ਨ ਨਾ ਲਵਾਓ, ਸਾਨੂੰ ਕਾਲ ਕਰਕੇ ਜਾਂ ਸਾਡੇ ਆਫਿਸ ਦੇ ਵਿੱਚ ਪਹੁੰਚ ਕੇ ਇੱਕ ਚੰਗੀ ਇਨਫੋਰਮੇਸ਼ਨ ਲੈ ਜਾਓ, ਇੱਕ ਗਾਈਡਲਾਈਨਸ ਲੈ ਲਓ ਤੇ ਉਹਨੂੰ ਕ੍ਰਾਸ ਚੈੱਕ ਕਰ ਲਓ। ਫਿਰ ਭਾਵੇਂ ਉਸੇ ਕੰਸਲਟੈਂਟ ਕੋਲੇ ਜਾ ਕੇ, ਜਿਹਦੇ ਕੋਲ ਸਾਡੇ ਤੋਂ ਪਹਿਲਾਂ ਗਏ ਸੀ, ਜਾ ਕੇ ਆਪਦੀ ਐਪਲੀਕੇਸ਼ਨ ਲਾ ਦਿਓ, ਪਰ ਨੌਲੇਜ ਲੈ ਜਾਓ ਜੀ। ਗੱਲ ਇਹ ਹੈ ਕਿ ਵੀ ਚੰਗਾ ਮਤਲਬ ਕਿ ਵੀ ਅਸੀਂ ਚਾਹੁੰਦੇ ਹਾਂ ਕਿ ਵੀ ਇੱਕ ਚੰਗੀ ਮਤਲਬ ਜਿਹੜਾ ਇੱਕ ਕਲੰਕ ਲੱਗਿਆ ਹੋਇਆ ਜੀ ਕਿ ਸਾਰੇ ਇਮੀਗ੍ਰੇਸ਼ਨ ਵਾਲੀ ਬਦਨਾਮ ਨੇ, ਜਾਂ ਬੱਚਿਆਂ ਦੇ ਉੱਤੇ ਵੀ ਲੱਗ ਜਾਂਦਾ। ਕਈ ਵਾਰੀ ਬੱਚਿਆਂ ਦਾ ਕੋਈ ਮਤਲਬ ਕਸੂਰ ਵੀ ਨਹੀਂ ਹੁੰਦਾ ਤੇ ਉਹਨਾਂ ਨੂੰ ਵੀ ਵਿੱਚ ਫਸਾਇਆ ਜਾਂਦਾ ਜੀ, ਹਨਾ। ਅਸੀਂ ਚਾਹੁੰਦੇ ਹਾਂ ਕਿ ਵੀ ਇੱਕ ਚੰਗੀ ਇੱਕ ਮਤਲਬ ਗੱਲ ਨੂੰ ਸਿਰਜੀਏ ਜੀ, ਇਸ ਕਾਰੋਬਾਰ ਨੂੰ ਇੱਕ ਇੰਡਸਟਰੀ ਬਣਾਈਏ ਕਿ ਮਤਲਬ ਕਿ ਵੀ ਬੰਦਾ ਇੱਕ ਵਿਸ਼ਵਾਸ ਕਰ ਸਕੇ, ਯਾਰ ਅਸੀਂ ਸਹੀ ਥਾਂ ਤੇ ਆਏ ਹਾਂ। ਮੈਂ ਤਾਂ ਕੰਸਲਟੈਂਟ ਭਰਾਵਾਂ ਨੂੰ ਵੀ ਮਤਲਬ ਬੇਨਤੀ ਕਰੂੰਗਾ ਕਿ ਪੈਸੇ ਕਮਾਓ, ਠੀਕ ਹੈ, ਆਪਦੀ ਕੰਸਲਟੈਂਸੀ ਫੀਸ ਵੀ ਲਾਓ, ਸਭ ਕੁਝ ਹੈ, ਪਰ ਗੁੰਮਰਾਹ ਨਾ ਕਰੀਏ। 100 ਦੀ ਥਾਂ ਤੇ 10 ਵੀਜ਼ੇ ਲਵਾ ਲਈਏ, ਪਰ ਸੱਚੀਆਂ ਗੱਲਾਂ ਦੇ ਉੱਤੇ ਜੀ ਆਧਾਰਿਤ ਹੋਈਏ। ਬਹੁਤ ਬਹੁਤ ਧੰਨਵਾਦ ਸਰ। ਧੰਨਵਾਦ ਸਰ, ਥੈਂਕ ਯੂ। ਬਿਲਕੁਲ, ਸੱਚ ਸਭ ਤੋਂ ਵੱਧ ਜ਼ਰੂਰੀ ਹੈ ਤੇ ਸਾਡੀ ਕੋਸ਼ਿਸ਼ ਰਹਿੰਦੀ ਹੈ
ਕਿ ਉਹ ਸੱਚ ਤੇ ਸਹੀ ਜਾਣਕਾਰੀ ਤੁਹਾਡੇ ਤੱਕ ਲੈ ਕੇ ਆਉਂਦੇ ਰਹੀਏ। ਦੋਸਤੋ ਸਮੇਂ-ਸਮੇਂ ਤੇ ਅਜਿਹੀਆਂ ਵੀਡੀਓਜ਼ ਅਜਿਹੀਆਂ ਇੰਟਰਵਿਊਜ਼ ਤੁਹਾਡੇ ਲਈ ਲੈ ਕੇ ਆਉਂਦੇ ਰਵਾਂਗੇ, ਪਰ ਫੈਸਲਾ ਤੁਸੀਂ ਕਰਨਾ ਹੈ ਕਿ ਤੁਸੀਂ ਆਪਣਾ ਭਵਿੱਖ ਕਿਹਦੇ ਹੱਥ 'ਚ ਦੇਣਾ ਹੈ। ਭਵਿੱਖ ਆਪਣਾ ਸਵਾਰਨਾ ਆ ਜਾਂ ਫਿਰ ਭਵਿੱਖ ਨੂੰ ਹਨੇਰੇ ਦੇ ਦਲਦਲ ਦੇ ਵਿੱਚ ਸੁੱਟਣਾ ਹੈ।